ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਆਲ ਇੰਡੀਆ ਸਿੱਖ ਫੈਡਰੇਸ਼ਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਜੀ। ਜਿੱਦਾਂ ਕਿ ਆਪ ਦੇਖ ਰਹੇ ਹੋ, ਬੈਂਕ ਅਕਾਊਂਟ ਨੰਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਦੇ ਬੈਂਕ ਨੰਬਰ ਆਪ ਜੀ ਦੀ ਸਕਰੀਨ ਦੇ ਉੱਤੇ ਹੈ ਜੀ। ਨਵੇਂ ਦਰਬਾਰ ਹਾਲ ਦੀ ਉਸਾਰੀ ਚੱਲ ਰਹੀ ਹੈ। ਉਸ ਦੇ ਵਿੱਚ ਤਨ ਮਨ ਅਤੇ ਧਨ ਦੀ ਸੇਵਾ ਆਪ ਜੀ ਕਰ ਆਪਣਾ ਯੋਗਦਾਨ ਪਾ ਸਕਦੇ ਹੋ। ਧਨ ਦੀ ਸੇਵਾ ਲਈ ਆਪ ਜੀ ਜੋ ਸਕਰੀਨ 'ਤੇ ਨੰਬਰ ਫਲੈਸ਼ ਹੋ ਰਹੇ ਨੇ ਉਹਦੇ ਉੱਤੇ ਆਪਣੀ ਧਨ ਦੀ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए श्रवण करिए कथा विचार। ਜੀਵਨ ਸਫਲਾ ਹੋਵੇ। ਸੋ ਹੁਣ ਦਾਸ ਉਸ ਅਗੰਮੀ ਇਤਿਹਾਸ ਦੇ ਨਾਲ ਆਪ ਸੰਗਤ ਨੂੰ ਰੂਬਰੂ ਕਰਨ ਲੱਗਾ ਹੈ। ਜੋ ਇਹ ਅਜੋਕੇ ਦਿਨ ਚੱਲ ਰਹੇ ਨੇ, ਜੂਨ ਦਾ ਮਹੀਨਾ 1984 ਦੇ ਸਮੇਂ ਭਾਰਤ ਵਰਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣ ਦੇ ਲਈ ਅਹਿਮਦ ਸ਼ਾਹ ਦੁਰਾਨੀ ਦੇ ਨਕਸ਼ੇ ਕਦਮਾਂ ਤੇ ਚੱਲ ਕਰਕੇ ਭਾਰਤੀ ਫੌਜ ਰਾਹੀਂ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕਰਵਾਇਆ ਔਰ ਆਪਾਂ ਇਸ ਬਲੂ ਸਟਾਰ ਨੂੰ, ਇਸ ਦੁਖਾਂਤ ਨੂੰ ਤੀਸਰੇ ਘੱਲੂਘਾਰੇ ਵਜੋਂ ਯਾਦ ਕਰਦੇ ਹਾਂ। ਘੱਲੂਘਾਰੇ ਦਾ ਮਤਲਬ ਕੀ ਹੈ? ਸਰਵਨਾਸ਼ ਕਰਨਾ, ਕਿਸੇ ਦਾ ਖੁਰਾ ਖੋਜ ਮਿਟਾ ਦੇਣਾ। ਸੋ ਆਪ ਸੰਗਤਾਂ ਸਨਮੁਖੇ ਅੱਜ ਅਤੇ ਕੱਲ੍ਹ ਦੇ ਦੀਵਾਨਾਂ ਵਿੱਚ ਮੈਂ ਯਤਨ ਕਰਾਂਗਾ ਇਸ ਸਾਕੇ ਦਰਮਿਆਨ ਹੋਏ ਸ਼ਹੀਦਾਂ ਦੀ ਵਡਿਆਈ ਗਾਵਾਂ ਔਰ ਆਪਣੇ ਸਮੇਂ ਨੂੰ, ਜੀਵਨ ਨੂੰ ਆਪਾਂ ਸਫਲ ਕਰੀਏ। ਕਈ ਅਣਜਾਣ ਲੋਕ ਦੇਖਣ ਨੂੰ ਵਿਦਵਾਨ ਜਾਪਦੇ ਨੇ ਔਰ ਕੁਤਰਕ ਇਹ ਸਾਥ ਦਿੰਦੇ ਨੇ ਵੀ ਜੇ ਸਿੱਖ ਆਗੂ ਸਿਆਣਪ ਤੋਂ ਕੰਮ ਲੈਂਦੇ, ਨੇਕ ਦਿਲੀ ਦਿਖਾਉਂਦੇ, ਕੋਮਲਤਾ ਦਿਖਾਉਂਦੇ, ਸੁਹਿਰਦਤਾ ਦਿਖਾਉਂਦੇ, ਇਹ 1984 ਵਾਲਾ ਦੁਖਾਂਤ ਟਾਲਿਆ ਜਾ ਸਕਦਾ ਸੀ। ਉਹ ਆਪਣੀ ਕੌਮ ਦੇ ਆਗੂਆਂ ਨੂੰ ਹੀ ਦੋਸ਼ੀ ਠਹਿਰਾਉਣ ਲੱਗ ਜਾਂਦੇ ਨੇ। ਪਤਾ ਨਹੀਂ ਉਹਨਾਂ ਦੀ ਮਜਬੂਰੀ ਹੈ ਜਾਂ ਏਜੰਸੀਆਂ ਟਕੇ ਹੀ ਇੰਨੇ ਝੋਲੀ ਪਾ ਦਿੰਦੀਆਂ ਨੇ ਵੀ ਆਪਣਿਆਂ ਦੇ ਹੀ ਉਲਟ ਬਿਆਨਬਾਜ਼ੀ ਕਰਨ ਲੱਗ ਪੈਂਦੇ ਨੇ। ਸ਼ਾਇਦ ਇਹਨਾਂ ਪਿਛਲੇ ਇਤਿਹਾਸ ਵੱਲ ਝਾਤ ਨਹੀਂ ਮਾਰੀ। ਕੀ ਕਾਰਨ ਬਣਿਆ ਹੈ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਦਾ? ਥੋੜਾ ਪਿਛੋਕੜ ਵੱਲ ਖਿਆਲ ਕਰੋ। ਭਾਰਤ ਵਰਸ਼ ਦੇ ਅੰਦਰ ਮੁਗਲਾਂ, ਪਠਾਣਾ, ਲੋਧੀਆਂ ਦੇ ਰਾਜ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਰਾਜ ਹੁੰਦਾ ਹੈ ਬ੍ਰਿਟਿਸ਼ ਲੋਕਾਂ ਦਾ 1747 ਈਸਵੀ ਦੇ ਵਿੱਚ। ਇਹ ਰਾਜ 1858 ਤੱਕ ਚੱਲਿਆ ਔਰ 1858 ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਬ੍ਰਿਟਿਸ਼ ਅੰਪਾਇਰ ਨੂੰ ਸਥਾਪਿਤ ਕਰ ਦਿੱਤਾ। ਉਹਦੇ ਬਾਅਦ 1947 ਤਾਈਂ ਭਾਰਤ ਵਰਸ਼ ਇੰਗਲੈਂਡ ਦੀ ਕਲੋਨੀ ਬਣ ਕੇ ਰਿਹਾ। ਬ੍ਰਿਟਿਸ਼ ਅੰਪਾਇਰ ਇੱਥੇ ਪ੍ਰਗਟ ਰਹੀ। ਹੁਣ ਤੁਸੀਂ ਜੇ ਧਿਆਨ ਦਿਓ, ਇੰਡੀਅਨ ਸਬ ਕੰਟੀਨੈਂਟ ਦੇ ਵਿੱਚ, ਭਾਰਤ ਵਰਸ਼ ਦੇ ਵਿੱਚ ਪੰਜਾਬ ਇੱਕ ਆਜ਼ਾਦ ਮੁਲਕ ਸੀ। ਇਹਨੂੰ ਸਟੇਟ ਨਾ ਸਮਝਿਓ। ਸਾਰੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਹੈ। ਜੇ ਆਜ਼ਾਦ ਹੈ ਤੇ ਉਹ ਪੰਜਾਬ ਦੇਸ਼ ਆਜ਼ਾਦ ਹੈ। ਆਜ਼ਾਦ ਕਿਉਂ ਹੈ? ਕਿਉਂਕਿ ਸਿੱਖਾਂ ਦੇ ਦਰਮਿਆਨ ਮਹਾਰਾਜਾ ਰਣਜੀਤ ਸਿੰਘ ਇੱਕ ਬੜੇ ਮਹਾਨ ਗਾਂਡੀਵ ਸੂਰਮੇ ਨੇ। ਬੜੀਆਂ ਬੜੀਆਂ ਤਕੜੀ ਜਰਨੈਲੀ ਉਹਨਾਂ ਦੀਆਂ ਫੌਜਾਂ ਨੇ।
ਹਰੀ ਸਿੰਘ ਨਲੂਏ ਵਰਗੇ ਸੂਰੇ ਉਹਨਾਂ ਦੀ ਫੌਜ ਦੇ ਵਿੱਚ ਨੇ। ਹੁਣ ਰਾਜ ਭਾਗ ਖਾਲਸੇ ਦਾ ਹੈ। ਜਦੋਂ ਤੁਸੀਂ ਬੜੇ ਬੜੇ ਇੰਗਲਿਸ਼ ਦੇ ਵਿਦਵਾਨਾਂ ਨੂੰ ਪੜ੍ਹੋ ਨਾ, ਉਹ ਵੀ ਖਾਲਸਾ ਰਾਜ ਨੂੰ ਇੱਕ ਵੱਖ ਸਟੇਟ ਮੰਨਦੇ ਸਨ। ਦਾ ਸਿੱਖ ਇੰਪਾਇਰ ਵਾਜ਼ ਅ ਸਟੇਟ ਓਰੀਜੀਨੇਟਿੰਗ ਇਨ ਦਾ ਇੰਡੀਅਨ ਸਬ ਕੰਟੀਨੈਂਟ, ਫਾਰਮਡ ਅੰਡਰ ਦਾ ਲੀਡਰਸ਼ਿਪ ਆਫ ਮਹਾਰਾਜਾ ਰਣਜੀਤ ਸਿੰਘ। ਸੋ ਅਸੀਂ ਸਦਾ ਆਜ਼ਾਦ ਹੀ ਰਹੇ ਹਾਂ। ਖਾਲਸਾ ਡਾਇਨੈਸਟੀ ਦੇ ਪਹਿਲੇ ਰਾਜੇ ਰਣਜੀਤ ਸਿੰਘ ਹੋਏ ਨੇ, ਔਰ ਉਹਨਾਂ ਦੀ ਤਾਕਤ ਦਾ ਅੰਦਾਜ਼ਾ ਇੱਥੋਂ ਲਗਾ ਲਵੋ। ਮੈਂ ਫਿਰ ਕਹਿ ਦੇਵਾਂ, ਭਾਰਤ ਸਾਰਾ ਗੁਲਾਮ ਹੈ, ਪੰਜਾਬ ਦੇਸ਼ ਆਜ਼ਾਦ ਹੈ। ਔਰ ਗੋਰਿਆਂ ਨੇ ਸੰਧੀ ਵੀ ਕੀਤੀ ਹੋਈ ਹੈ ਵੀ ਅਸੀਂ ਤੁਹਾਡੇ ਇਲਾਕੇ ਵਿੱਚ ਦਖਲ ਨਹੀਂ ਦਿੰਦੇ। ਸਾਡੀ ਆਪਣੀ ਕਰੰਸੀ ਚੱਲਦੀ ਸੀ, ਨਾਨਕਸ਼ਾਹੀ ਸਿੱਕੇ ਚੱਲਦੇ ਰਹੇ ਨੇ। ਸਮਾਂ ਆਇਆ, ਲਾਹੌਰ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ 1839 ਈਸਵੀ ਦੇ ਵਿੱਚ ਚਲਾਣਾ ਕਰ ਜਾਂਦਾ ਹੈ। ਦੇਵਨੇ ਤੈਸੀ ਹੋਈ ਮੌਤ ਹੋ ਗਈ। ਉਹਦੇ ਬਾਅਦ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ 10 ਸਾਲ ਰਾਜ ਕੀਤਾ ਗਿਆ। ਪਰ ਉਸ ਸਮੇਂ ਦਰਮਿਆਨ ਬੜੇ ਗਦਾਰ ਕੌਮ ਵਿੱਚ ਪੈਦਾ ਹੋ ਗਏ। ਹੌਲੀ ਹੌਲੀ ਬ੍ਰਿਟਿਸ਼ ਅੰਪਾਇਰ ਸਿੱਖ ਅੰਪਾਇਰ ਤੇ ਸ਼ਿਕੰਜਾ ਕੱਸਣ ਲੱਗ ਪਈ। ਸਭਰਾਵਾਂ ਦਾ ਜੰਗ ਹੁੰਦਾ ਹੈ ਆਪਣਿਆਂ ਦੀ ਗੱਦਾਰੀ ਦੇ ਕਾਰਨ ਔਰ ਅੰਗਰੇਜ਼ਾਂ ਦੀ ਧੋਖਾਧੜੀ ਦੇ ਕਾਰਨ। ਖਾਲਸਾ ਰਾਜ ਦੀਆਂ ਫੌਜਾਂ ਸ਼ਹਾਦਤ ਦੀ ਅਵਧੀ ਮਾਣ ਗਈਆਂ। ਬਾਬਾ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ ਔਰ ਖਾਲਸਾ ਰਾਜ ਜਿਹੜਾ ਸੀ ਉਹਦਾ ਇੱਥੋਂ ਖੁਰਾ ਖੋਜ ਮਿਟ ਗਿਆ। ਬ੍ਰਿਟਿਸ਼ ਅੰਪਾਇਰ ਦਾ ਰਾਜ ਹੋਇਆ। ਸਮਾਂ ਐਸਾ ਆਇਆ, ਬੜੇ ਬੜੇ ਵਿਦਵਾਨਾਂ ਨੇ ਕਲਮਬੱਧ ਕੀਤਾ ਇਸ ਇਤਿਹਾਸ ਨੂੰ। ਜਦੋਂ ਤੁਸੀਂ ਸ਼ਾਹ ਮੁਹੰਮਦ ਨੂੰ ਪੜ੍ਹਦੇ ਹੋ, ਗਵਾਹੀ ਦਿੰਦਾ ਹੈ ਵੀ ਪੰਜਾਬ ਆਜ਼ਾਦ ਦੇਸ਼ ਸੀ। ਉਹ ਲਿਖਦਾ ਹੈ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨਹੀਂ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨਹੀਂ। ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਢੈਂਦੇ ਸਣੇ ਅੰਬਾਰੀਆਂ ਨਹੀਂ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਖੈਰ, ਖਾਲਸਾ ਰਾਜ ਦਾ ਪਤਨ ਹੋਇਆ। ਪੰਜਾਬ ਸਟੇਟ ਵਾਸ ਦਾ ਲਾਸਟ ਮੇਜਰ ਰੀਜਨ ਆਫ ਦਾ ਇੰਡੀਅਨ ਸਬ ਕੰਟੀਨੈਂਟ ਟੂ ਬੀ ਅਨੈਕਸਡ ਬਾਈ ਦਾ ਬ੍ਰਿਟਿਸ਼ ਅੰਪਾਇਰ। ਇਉਂ ਸਮਝ ਲਓ ਭਾਰਤ ਵਰਸ਼ ਦਾ ਇਹ ਅਖੀਰਲਾ ਇਲਾਕਾ ਸੀ ਪੰਜਾਬ ਦੇਸ਼, ਜਿਹੜਾ ਬ੍ਰਿਟਿਸ਼ ਅੰਪਾਇਰ ਦੇ ਅਧੀਨ ਹੋ ਗਿਆ। ਤਾਂ ਹੀ ਅਸੀਂ ਰੋਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ। ਰਾਜਿਆਂ ਦੇ ਹੀ ਐਸੇ ਅਗੰਮੀ ਬੋਲ ਹੁੰਦੇ ਨੇ, ਪੋਜ਼ਿਟਿਵਿਟੀ ਵਾਲੇ। ਗੁਲਾਮ ਨਹੀਂ ਕਦੇ ਇਹੋ ਜਿਹੇ ਦੋਹਰੇ ਪੜ੍ਹਦੇ ਹੁੰਦੇ। ਸੋ ਕਦੇ ਭੁਲੇਖੇ 'ਚ ਨਾ ਰਿਓ ਵੀ ਇਹ ਵਾਧੂ ਦੀਆਂ ਬਾਤਾਂ ਨੇ। ਖਾਲਸੇ ਦਾ ਰਾਜ ਨਹੀਂ ਰਿਹਾ, ਬੜਾ ਪ੍ਰਚੰਡ ਰਾਜ ਰਿਹਾ। ਐਸਾ ਰਾਜ ਕੋਈ ਨਹੀਂ ਭਾਰਤ ਵਰਸ਼ ਅੰਦਰ ਕਮਾ ਸਕਿਆ। ਸਮਾਂ ਆਇਆ, ਬ੍ਰਿਟਿਸ਼ ਲੋਕਾਂ ਦੇ ਜ਼ੁਲਮ ਨੇ ਜਦੋਂ ਲਤਾੜਨਾ ਸ਼ੁਰੂ ਕੀਤਾ ਭਾਰਤ ਵਾਸੀਆਂ ਨੂੰ, ਬਗਾਵਤ ਸ਼ੁਰੂ ਹੋਈ ਹੈ। ਸਿੱਖ, ਹਿੰਦੂ, ਮੁਸਲਮਾਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ। ਜਦੋਂ ਕੁਰਬਾਨੀਆਂ ਵੱਲ ਝਾਤ ਮਾਰਦੇ ਹੋ ਤੇ ਤਕਰੀਬਨ 121 ਫਾਂਸੀਆਂ ਹੋਈਆਂ ਨੇ ਭਾਰਤ ਦੀ ਆਜ਼ਾਦੀ ਲਈ, ਜਿਹਦੇ ਚੋਂ 93 ਸਾਡੇ ਸਿੱਖ ਸਨ। 2626 ਬੰਦਿਆਂ ਨੂੰ ਉਮਰ ਕੈਦ ਹੋਈ ਹੈ, ਜਿਹਦੇ ਚੋਂ 2147 ਸਿੱਖ ਸਨ। ਜਦੋਂ ਜਲਿਆਂਵਾਲੇ ਬਾਗ ਜਰਨਲ ਡਾਇਰ ਦੇ ਹੁਕਮ ਵਿੱਚ ਗੋਲੀ ਚੱਲਦੀ ਹੈ, 1300 ਦੇਸ਼ ਦੀ ਖਾਤਰ ਪਿਆਰੇ ਸ਼ਹੀਦ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 799 ਸਿੱਖ ਸਨ। ਜੇ ਸ਼ਹੀਦੀਆਂ ਬਾਬਤ ਜਾਣੋ ਜਾਂ ਜੇਲ੍ਹਾਂ ਵਿੱਚ ਡਕੇ ਹੋਏ ਕੈਦੀਆਂ ਬਾਬਤ ਜਾਣੋ ਤੇ ਸਮਝ ਪਵੇਗੀ
ਆਬਾਦੀ ਚਾਹੇ ਸਾਡੀ 1.5-2% ਦੀ ਸੀ, ਪਰ ਕੁਰਬਾਨੀਆਂ ਸਿੱਖ ਧਰਮ ਨੇ 90% ਕੀਤੀਆਂ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ। ਗੋਰੇ ਭਾਰਤ ਛੱਡਣ ਲੱਗੇ ਨੇ। ਸਰਦਾਰ ਕਪੂਰ ਸਿੰਘ IAS ਸਨ, ਸਾਰੇ ਤੁਸੀਂ ਵਾਕਿਫ ਹੋ। ਉਹ ਜ਼ਿਕਰ ਕਰਦੇ ਨੇ ਵੀ ਬ੍ਰਿਟਿਸ਼ ਸਾਮਰਾਜ ਜਦੋਂ ਭਾਰਤ ਨੂੰ ਛੱਡਣ ਲੱਗਾ ਹੈ ਤਾਂ ਉਹਨਾਂ ਭਾਰਤ ਦੇ ਰਾਜਸੀ ਹੱਕ ਬਾਬਤ 3 ਪ੍ਰਜਾਤੀਆਂ ਨੂੰ ਗਿਣਿਆ ਹੈ, ਜੋ ਕਮਿਊਨਲ ਅਵਾਰਡ ਦੇ ਵਿੱਚ ਲਿਖਿਆ ਗਿਆ ਹੈ। ਤਸਲੀਮ ਕੀਤੀਆਂ 3 ਪ੍ਰਜਾਤੀਆਂ ਵੀ ਭਾਰਤ ਵਰਸ਼ ਦੇ ਅਸਲ ਮਾਲਕ ਪ੍ਰਭੂ ਸੱਤਾ ਮੰਨਣ ਵਾਲੇ ਸਿੱਖ, ਹਿੰਦੂ ਤੇ ਮੁਸਲਮਾਨ ਨੇ, ਕਿਉਂਕਿ ਇਹ ਤਿੰਨੇ ਇੱਥੇ ਪ੍ਰਫੁੱਲਤ ਹੋਏ ਨੇ। ਖੈਰ, ਗੱਲ ਇਹ ਉੱਠੀ ਵੀ ਦੇਸ਼ ਦੇ 3 ਹਿੱਸੇ ਕੀਤੇ ਜਾਣਗੇ। ਮੁਹੰਮਦ ਅਲੀ ਜਿੰਨਾ ਬ੍ਰਿਟਿਸ਼ ਹੁਕਮਰਾਨਾਂ ਦੇ ਸਾਹਮਣੇ ਇਹ ਬਾਤ ਪਾਉਂਦਾ ਹੈ ਵੀ ਅਸੀਂ ਹਿੰਦੂਆਂ ਨਾਲੋਂ ਵੱਖ ਹੋਣਾ ਹੈ, ਸਾਨੂੰ ਖਤਰਾ ਹੈ, ਹਿੰਦੂ ਮਤ ਮੁਸਲਮਾਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਲਵੇਗਾ, ਤੋ ਸਾਨੂੰ ਚਾਹੇ ਛੋਟਾ ਆਲਣਾ ਹੀ ਦੇ ਦਿਓ, ਭਾਵੇਂ ਅੱਧੀ ਬੁਰਕੀ ਮਿਲ ਜਾਵੇ, ਗੁਲਾਮੀ ਦੇ 36 ਪ੍ਰਕਾਰ ਦੇ ਪਦਾਰਥ ਖਾਣ ਨਾਲੋਂ ਉਹ ਵੀ ਚੰਗੀ ਹੈ। ਸੋ ਪਾਕਿਸਤਾਨ ਹੋਂਦ ਵਿੱਚ ਆਇਆ। ਜਦੋਂ ਸਿੱਖਾਂ ਨੂੰ ਪੁੱਛਿਆ ਗਿਆ, ਸਾਡੀ ਲੀਡਰਸ਼ਿਪ ਨੂੰ ਪੁੱਛਿਆ ਗਿਆ ਬ੍ਰਿਟਿਸ਼ ਆਗੂਆਂ ਵੱਲੋਂ ਵੀ ਤੁਸੀਂ ਸਿੱਖ ਹੋਮਲੈਂਡ ਵੱਖਰਾ ਲੈ ਲਓ, ਕਿਉਂਕਿ ਬ੍ਰਿਟਿਸ਼ ਰਾਜ ਦੇ ਸਮੇਂ ਜਦੋਂ ਭਾਰਤ ਸਾਰਾ ਗੁਲਾਮ ਸੀ, ਤੁਹਾਡਾ ਪੰਜਾਬ ਮੁਲਕ ਵੱਖਰਾ ਸੀ, ਆਜ਼ਾਦ ਸੀ। ਤੁਸੀਂ ਆਜ਼ਾਦ ਮੁਲਕ ਦੇ ਮਾਲਕ ਸੋ ਆਪਣਾ ਆਜ਼ਾਦ ਮੁਲਕ ਲੈ ਲਓ। ਦੂਸਰਾ, ਜਦੋਂ ਵਰਲਡ ਵਾਰ ਲੱਗੀ ਹੈ, ਇੰਡੀਅਨ ਸਿੱਖਸ ਪਲੇਡ ਅ ਕੀ ਰੋਲ ਇਨ ਦਾ ਬ੍ਰਿਟਿਸ਼ ਆਰਮੀ ਡਿਊਰਿੰਗ ਵਰਲਡ ਵਾਰ 1। ਇੰਗਲਿਸ਼ ਦੇ ਵਿਦਵਾਨ ਲਿਖਦੇ ਨੇ ਸਿੱਖਾਂ ਨੇ ਬੜਾ ਬਾਹੂਬਲ ਦਿਖਾਇਆ, ਬ੍ਰਿਟਿਸ਼ ਫੌਜਾਂ ਦਾ ਪੱਖ ਲੈ ਕੇ ਜੰਗਾਂ ਲੜੀਆਂ, ਹਜ਼ਾਰਾਂ ਸਿੰਘ ਸ਼ਹੀਦ ਹੋਏ ਨੇ ਵਰਲਡ ਵਾਰ ਦੇ ਵਿੱਚ। ਬ੍ਰਿਟਿਸ਼ ਲੋਕ ਇਸ ਗੱਲ ਤੋਂ ਵੀ ਖੁਸ਼ ਨੇ। ਸੋ ਉਹਨਾਂ ਆਖਿਆ ਭਾਈ ਤੁਸੀਂ ਆਪਣਾ ਵੱਖਰਾ ਦੇਸ਼ ਲੈ ਲਓ। ਇੱਥੇ ਫਿਰ ਨਹਿਰੂ ਤੇ ਗਾਂਧੀ ਨੇ ਸ਼ਬਦ ਜਾਲ ਵਿਛਾਇਆ ਹੈ, ਵਾਕ ਛਲ ਪ੍ਰਗਟ ਕੀਤਾ ਹੈ। ਸਿੱਖਾਂ ਨੂੰ ਆਖਣ ਲੱਗੇ ਸਿੱਖ ਤੇ ਹਿੰਦੂ ਦਾ 9 ਮਾਸ ਦਾ ਰਿਸ਼ਤਾ ਹੈ। ਸਨਾਤਨ ਮਤ ਦੀ ਰੱਖਿਆ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ। ਜੰਜੂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੀ ਅਵਧੀ ਮਾਣੀ ਹੈ। ਜੇ ਆਪਾਂ ਦੋਵੇਂ ਧਿਰ ਵੱਖ-ਵੱਖ ਹੋ ਗਏ ਤੇ ਇਹ ਅਲੀ ਜਿੰਨਾ ਵਰਗੇ ਇਹ ਪਾਕਿਸਤਾਨ ਵਾਲੇ ਸਾਡਾ ਦੋਹਾਂ ਧਿਰਾਂ ਦਾ ਹੀ ਖਾਤਮਾ ਕਰਕੇ ਮਾਲਕ ਬਣ ਜਾਣਗੇ। ਵਾਅਦੇ ਕੀਤੇ ਗਏ, ਮਤੇ ਪਾਏ ਗਏ। ਅਖੇ ਭਾਰਤ ਵਰਸ਼ ਦੀ ਆਜ਼ਾਦੀ ਦੇ ਲਈ ਸਭ ਤੋਂ ਵੱਧ ਸਿੱਖ ਕੌਮ ਸੰਘਰਸ਼ ਕਰ ਰਹੀ ਹੈ। ਤੁਹਾਡੀ ਘਾਲਣਾ ਬਿਆਨ ਨਹੀਂ ਕੀਤੀ ਜਾ ਸਕਦੀ। ਸਿੱਖ ਭਾਈਓ, ਭਾਰਤ ਵਰਸ਼ ਦੇ ਵਿੱਚ ਇਕੱਠੇ ਰਹੀਏ। ਹਿੰਦੂ ਭਰਾਵਾਂ ਦੇ ਤੁੱਲ ਤੁਹਾਡਾ ਬਰਾਬਰ ਦਾ ਹੱਕ ਹੋਵੇਗਾ ਇਸ ਦੇਸ਼ ਦੇ ਅੰਦਰ। ਔਰ ਉੱਤਰੀ ਭਾਰਤ ਦੇ ਵਿੱਚ ਤੁਹਾਨੂੰ ਵੱਖਰਾ ਖਿੱਤਾ ਦਿੱਤਾ ਜਾਵੇਗਾ। ਪੰਜਾਬ ਤੁਹਾਡਾ ਹੋਮਲੈਂਡ ਹੋਵੇਗਾ, ਜਿੱਥੇ ਧਾਰਮਿਕ ਅਤੇ ਰਾਜਸੀ ਆਜ਼ਾਦੀ ਤੁਹਾਨੂੰ ਮਿਲੇਗੀ। ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਤੇ ਜੇ ਕਿਧਰੇ ਅਸੀਂ ਵਾਅਦੇ ਤੋਂ ਮੁੱਕਰੇ ਤੇ ਤੁਹਾਡੀ ਕੌਮ ਬੜੀ ਜੁਝਾਰੂ ਹੈ, ਸ਼ਸਤਰਾਂ ਨਾਲ, ਹਥਿਆਰਾਂ ਨਾਲ ਤੁਸੀਂ ਦੇਸ਼ ਤੇ ਮਾਲੀ ਲੈਣਾ ਹੈ। ਐਸੀਆਂ ਚੋਪੜੀਆਂ ਬਾਤਾਂ ਦੇ ਵਿੱਚ ਸਾਡੀ ਸਿੱਖ ਲੀਡਰਸ਼ਿਪ ਆ ਗਈ। ਨਹਿਰੂ ਤੇ ਗਾਂਧੀ ਕਪਟੀ ਬੰਦੇ ਨੇ, ਸਿੱਖ ਯਕੀਨ ਕਰ ਬੈਠੇ। ਹਿੰਦੂ ਸਟੇਟ ਦੇ ਨਾਲ ਸਿੱਖਾਂ ਨੇ ਰਹਿਣਾ ਕਬੂਲ ਲਿਆ। 1947 ਦੀ ਆਜ਼ਾਦੀ ਤੋਂ ਬਾਅਦ ਸਮਾਂ ਐਸਾ ਬਣਿਆ, ਹਾਲਾਤ ਐਸੇ ਹੋਏ, ਤੁਸੀਂ ਸਭ ਜਾਣਦੇ ਹੋ। ਪੰਜਾਬ 2 ਫਾੜ ਹੋ ਗਿਆ, 3 ਹਿੱਸੇ ਪਾਕਿਸਤਾਨ ਵਿੱਚ ਚਲਿਆ ਗਿਆ ਤੇ ਚੌਥਾ ਹਿੱਸਾ ਰਹਿ ਗਿਆ ਭਾਰਤ ਵਿੱਚ। ਔਰ ਉਸ ਸਮੇਂ 20 ਲੱਖ ਦੇ ਕਰੀਬ ਇਸ ਵੰਡ ਦੀ ਭੇਟਾ ਲੋਕ ਚੜੇ, ਮਾਰ ਦਿੱਤੇ ਗਏ, ਖੁਰਾ ਖੋਜ ਮਿਟਾਇਆ ਗਿਆ, ਜਿਹਦੇ ਚੋਂ ਬਹੁਤਾਤ ਸਿੱਖ ਸਨ। ਅਸੀਂ ਇਸ ਪੰਜਾਬ ਅੰਦਰ ਮੁਰੱਬਿਆਂ ਦੇ ਮਾਲਕ ਸਾਂ।
ਜ਼ਮੀਨਾਂ ਦੇ ਮਾਲਕ ਸਾਂ। 3 ਹਿੱਸੇ ਪੰਜਾਬ ਛੱਡ ਕੇ ਚੌਥੇ ਹਿੱਸੇ ਪੰਜਾਬ ਵਿੱਚ ਆ ਕੇ ਗੁਜ਼ਾਰਾ ਕਰਨਾ ਸਾਨੂੰ ਪੈ ਗਿਆ। ਸਾਡਾ ਦੇਸ਼ ਵੀ 2 ਫਾੜ ਹੋਇਆ। ਸਾਡੇ ਪੀੜ੍ਹੀ ਦੇ ਕਈ ਲੋਕ ਮਿਟ ਗਏ, ਕਈ ਪੀੜ੍ਹੀਆਂ ਹੀ ਮਿਟ ਗਈਆਂ। 3 ਪੀੜ੍ਹੀਆਂ ਦਾ ਕਾਣ ਹੋ ਗਿਆ। ਬਜ਼ੁਰਗ ਗਏ, ਜਵਾਨੀ ਗਈ, ਬੱਚੇ ਗਏ। ਦੇਸ਼ ਦੇ ਆਜ਼ਾਦ ਹੋਣ ਤੋਂ ਥੋੜਾ ਸਮਾਂ ਬਾਅਦ ਹੀ 1950 ਦੇ ਵਿੱਚ ਇੱਕ ਸਰਕੂਲਰ ਲਾਗੂ ਹੁੰਦਾ ਹੈ। ਸਰਦਾਰ ਕਪੂਰ ਸਿੰਘ ਲਿਖਦੇ ਨੇ, ਉਹਦੇ ਵਿੱਚ ਲਿਖਿਆ ਗਿਆ ਹੈ ਭਾਰਤ ਵਰਸ਼ ਦੀ ਹਕੂਮਤ ਵੱਲੋਂ ਵੀ ਸਿੱਖ ਜਰਾਇਮ ਪੇਸ਼ਾ ਕੌਮ ਹੈ, ਕ੍ਰਿਮੀਨਲ ਪ੍ਰੋਫੈਸ਼ਨ, ਕ੍ਰਿਮੀਨਲ ਮਾਈਂਡਡ। ਇਹ ਲੋਕ ਦੰਗਾ ਫਸਾਦੀ ਨੇ, ਇਹਨਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਤੋ ਹੁਣ ਸਾਡੇ IAS ਆਫੀਸਰ ਸਨ, ਜਦੋਂ ਇਹ ਹੁਕਮ ਲਾਗੂ ਹੋਇਆ ਸਰਕਾਰ ਵੱਲੋਂ, ਉਹਨਾਂ ਪੜ੍ਹਿਆ ਤਾਂ ਉਹਨਾਂ ਨੂੰ ਬੜੀ ਮੁਸ਼ਕਲ ਆਈ ਵੀ ਸਾਡੇ ਨਾਲ ਤੇ ਧੋਖਾ ਹੋ ਗਿਆ ਹੈ। ਸਾਨੂੰ ਤੇ ਭਾਰਤ ਦੇ ਬਰਾਬਰ ਹਿੱਸੇਦਾਰ ਸਮਝਿਆ ਗਿਆ ਸੀ, ਵਾਅਦੇ ਕੀਤੇ ਗਏ ਸਨ, ਅਸੀਂ ਅੱਧੇ ਮਾਲਕ ਹਾਂ ਹਿੰਦੂਆਂ ਦੇ ਨਾਲ ਭਾਰਤ ਦੇ, ਪਰ ਸਾਨੂੰ ਤੇ ਦੰਗੇ ਫਸਾਦੀ ਕਹਿ ਕੇ ਹੁਣ ਦਬਾਇਆ ਜਾਵੇਗਾ। ਡੈਮੋਕ੍ਰੇਸੀ ਹੈ, ਸਿਰਾਂ ਦਾ ਮੁੱਲ ਪੈ ਰਿਹਾ ਹੈ, ਸਾਡੀ ਗਿਣਤੀ ਥੋੜ੍ਹੀ ਹੈ। IAS ਸਰਦਾਰ ਕਪੂਰ ਸਿੰਘ ਹੁਣਾਂ ਅਸਤੀਫਾ ਦੇ ਦਿੱਤਾ ਸੀ। ਤੰਗ ਵੀ ਉਹਨਾਂ ਨੂੰ ਬਹੁਤ ਕੀਤਾ ਗਿਆ। ਖੈਰ ਥੋੜਾ ਸਮਾਂ ਹੋਰ ਲੰਘਿਆ। ਹੁਣ ਸੂਬਿਆਂ ਦੀ ਵੰਡ ਬੋਲੀ ਤੇ ਆਧਾਰਿਤ ਹੋਣ ਲੱਗੀ। ਜਿਹੜੇ ਮਰਾਠੀ ਬੋਲਦੇ ਨੇ ਮਹਾਰਾਸ਼ਟਰ, ਉਹਨਾਂ ਨੂੰ ਮਿਲ ਗਿਆ। ਉੜੀਆ ਬੋਲਦੇ ਨੇ ਉੜੀਸਾ ਮਿਲ ਗਿਆ। ਤਾਮਿਲ ਬੋਲਦੇ ਨੇ ਤਾਮਿਲਨਾਡੂ ਮਿਲ ਗਿਆ। ਗੁਜਰਾਤੀਆਂ ਨੂੰ ਗੁਜਰਾਤ ਮਿਲ ਗਿਆ। ਅਸੀਂ ਆਜ਼ਾਦ ਪੰਜਾਬ ਦੇਸ਼ ਦੇ ਮਾਲਕ ਜੋ ਰਹੇ ਸਾਂ, ਅਸੀਂ ਵੀ ਮੰਗ ਉਠਾਈ ਵੀ ਸਾਨੂੰ ਪੰਜਾਬੀ ਸੂਬਾ ਦਿਓ ਜੋ ਸਾਡਾ ਸੀ, ਪੰਜਾਬੀ ਬੋਲਦੇ ਇਲਾਕੇ ਦਿਓ। ਹੁਕਮਰਾਨਾਂ ਨੇ ਬੁਨਿਆਦੀ ਦਲੀਲ ਇਹ ਦਿੱਤੀ, ਮੁੱਕਰਨ ਲੱਗੇ ਨੇ। ਕਹਿੰਦੇ ਨੇ ਦੇਖੋ, ਅਸਲ ਦੇ ਵਿੱਚ ਖਾਲਸਾ ਰਾਜ ਸੁਰਜੀਤ ਜੇ ਹੋ ਗਿਆ ਤੇ ਹੋ ਸਕਦਾ ਹੈ ਪਾਕਿਸਤਾਨ ਭਾਰਤ ਦੋਨਾਂ ਤੇ ਹੀ ਰਾਜ ਕਰ ਜਾਵੇ। ਇਹਨਾਂ ਪੰਜਾਬ ਨੂੰ ਮਹਾ ਪੰਜਾਬ ਬਣਾ ਦਿੱਤਾ ਸੀ। ਖੈਬਰ ਤੱਕ ਇਹਨਾਂ ਦਾ ਡੰਕਾ ਵੱਜਦਾ ਸੀ। ਅਫਗਾਨਿਸਤਾਨ ਦੇ ਕਈ ਕਸਬੇ ਜਿੱਤ ਲਏ ਇਹਨਾਂ ਨੇ। ਤਿੱਬਤ ਤੱਕ ਇਹਨਾਂ ਦਾ ਰਾਜ ਰਿਹਾ ਹੈ। ਪਠਾਨ ਇਹਨਾਂ ਨੇ ਜਿੱਤ ਲਏ, ਹੁਕਮਰਾਨ ਇਹਨਾਂ ਨੇ ਜਿੱਤ ਲਏ। 1000 ਵਰ੍ਹੇ ਤੋਂ ਜੋ ਭਾਰਤ ਤੇ ਰਾਜ ਭਾਗ ਕਾਇਮ ਰਿਹਾ ਹੈ, 1001 ਈਸਵੀ ਤੋਂ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਗੋਰਿਆਂ ਤੱਕ ਸਭਨਾਂ ਦੀਆਂ ਨਾਸਾਂ ਵਿੱਚ ਧੂਆਂ ਲਿਆ ਛੱਡਿਆ ਹੈ ਖਾਲਸਿਆਂ ਨੇ, ਇਹਨਾਂ ਸਿੰਘਾਂ ਨੇ। ਤੇ ਕਿਧਰੇ ਫਿਰ ਨਾ ਕਾਬਲ ਕੰਧਾਰ ਤੱਕ ਇਹਨਾਂ ਦਾ ਰਾਜ ਹੋ ਜਾਵੇ। ਸੋ ਸਿੱਖ ਰਾਜ ਦੀ ਹੋਂਦ ਨੂੰ ਸਦਾ ਦੇ ਲਈ ਅਗਰ ਮਿਟਾਉਣਾ ਹੈ ਤਾਂ ਪੰਜਾਬ ਨੂੰ ਖਿਲਾਰ ਦਿਓ। ਸੰਯੁਕਤ ਹਿੰਦੁਸਤਾਨ ਦੇ ਵਿੱਚ ਰਾਜਸੀ ਸੱਤਾ ਹਿੰਦੂਆਂ ਕੋਲ ਰਹਿਣੀ ਚਾਹੀਦੀ ਹੈ। ਸਿਰਾਂ ਦੇ ਮੁੱਲ ਪੈ ਰਹੇ ਨੇ, ਵੋਟਾਂ ਦਾ ਰਾਜ ਹੋ ਗਿਆ ਹੈ। ਸਿੱਖ ਜਿਹੜੇ ਨੇ ਪੰਜਾਬੀ ਬੋਲਦੇ ਇਲਾਕੇ ਮੰਗ ਰਹੇ ਨੇ, ਇਹਨਾਂ ਨੂੰ ਅੱਡੋ ਅੱਡ ਕਰ ਦੇਣਾ ਚਾਹੀਦਾ ਹੈ। ਡਿਵਾਈਡ ਐਂਡ ਰੂਲ ਦੀ ਬਾਤ ਚੱਲੀ। ਤੁਸੀਂ ਧਿਆਨ ਦਿਓ, ਗੰਗਾ ਨਗਰ, ਹਨੂਮਾਨਗੜ੍ਹ ਵਰਗੇ ਇਲਾਕਿਆਂ ਵੱਲ ਬਹੁਤੇ ਪੰਜਾਬੀ ਬੋਲਦੇ ਆਪਣੇ ਲੋਕ ਨੇ। ਉੱਥੇ ਰਾਜਸਥਾਨ ਨੂੰ ਦੇ ਦਿੱਤਾ ਗਿਆ, ਕੁਝ ਹਿਮਾਚਲ ਨੂੰ ਦੇ ਦਿੱਤਾ ਗਿਆ, ਕੁਝ ਹਰਿਆਣੇ ਨੂੰ ਪੰਜਾਬੀ ਬੋਲਦੇ ਇਲਾਕੇ ਦੇ ਦਿੱਤੇ ਗਏ। ਸੋ ਸਿੱਖਾਂ ਨੇ ਮੋਰਚੇ ਲਾ ਛੱਡੇ ਵੀ ਕਿਧਰੇ ਹਿੰਦੂ ਧਰਮ ਦੇ ਲੋਕ ਸਾਨੂੰ ਆਪਣੇ ਵਿੱਚ ਜਜ਼ਬ ਨਾ ਕਰ ਲੈਣ। ਪੰਜਾਬੀ ਸੂਬਾ ਜ਼ਰੂਰੀ ਹੈ ਜਿੱਥੇ ਸਿੱਖਾਂ ਦਾ ਰਾਜ ਹੋਵੇ। ਬੜੀਆਂ ਕੁਰਬਾਨੀਆਂ ਕਰਕੇ ਪੰਜਾਬੀ ਸੂਬਾ ਮਿਲਿਆ, ਉਹ ਵੀ ਲੰਗੜਾ। ਸਾਡਾ ਚੰਡੀਗੜ੍ਹ ਵੀ ਖੋਲਿਆ ਗਿਆ। ਔਰ ਫਿਰ ਹੁਕਮਰਾਨਾਂ ਵੇਖਿਆ ਵੀ ਆਰਥਿਕ ਤੌਰ ਤੇ ਇਹਨਾਂ ਦਾ ਲੱਕ ਤੋੜਿਆ ਜਾਵੇ, ਕਿਉਂਕਿ ਚਾਹੇ ਟੁਕੜਾ ਜ਼ਮੀਨ ਦਾ ਇਹਨਾਂ ਕੋਲ ਥੋੜਾ ਹੈ, ਪਰ ਇਹ ਕਿਰਤੀ ਲੋਕ ਨੇ, ਮੁਸ਼ੱਕਤਾਂ ਘਾਲਣ ਵਾਲੇ ਨੇ। ਇਹਨਾਂ ਛੋਟੇ ਜਿਹੇ ਪੰਜਾਬ ਨੂੰ ਹੀ ਸੋਨੇ ਦੀ ਚਿੜੀ ਬਣਾ ਲੈਣਾ ਹੈ। ਹੁਣ ਹੁਕਮਰਾਨਾਂ ਨੇ ਵਿਉਂਤ ਘੜੀ ਹੈ ਵੀ ਜਿਹੜਾ ਨੈਚੁਰਲ ਰਿਸੋਰਸ ਹੁੰਦਾ ਹੈ ਨਾ ਕਿਸੇ ਵੀ ਸਟੇਟ ਤੋਂ, ਉਹਦੀ ਆਮਦਨੀ ਬੜੀ ਹੁੰਦੀ ਹੈ। ਜਿਵੇਂ ਰਾਜਸਥਾਨ ਦੇ ਕੋਲ ਪੱਥਰ ਹੈ, ਕਿਸੇ ਸਟੇਟ ਦੇ ਕੋਲ ਕੋਲਾ ਹੈ, ਕਿਸੇ ਸਟੇਟ ਦੇ ਕੋਲ ਪਾਣੀ ਹੈ। ਪੰਜਾਬ 5 ਦਰਿਆਵਾਂ ਦੀ ਧਰਤੀ ਕਰਕੇ ਪ੍ਰਚਲਿਤ ਸੀ, ਜਿਹਦਾ ਕਰਕੇ ਸਾਡੀ ਇਕਨੋਮੀ ਹੈਲਦੀ ਰਹਿ ਸਕਦੀ ਸੀ। ਜੇ ਸਾਨੂੰ ਪਾਣੀ ਦਾ ਮੁੱਲ ਮਿਲਦਾ ਰਹਿੰਦਾ, ਪਾਣੀ ਤੇ ਡਾਕਾ ਵੱਜਣ ਲੱਗਾ। ਦੇਖੋ
ਦੁਨੀਆ ਅੰਦਰ ਜਦੋਂ ਵੀ ਪਾਣੀ ਦੀ ਵੰਡ ਹੁੰਦੀ ਹੈ ਉਹ ਇੱਕ ਰਿਪੇਰੀਅਨ ਲਾਅ ਹੁੰਦਾ, ਉਹਦੇ ਅਕੋਰਡਿੰਗ ਹੁੰਦੀ ਹੈ। ਉਸ ਲਾਅ ਨੂੰ ਸਮਝਣ ਦਾ ਯਤਨ ਕਰਿਓ। ਨੈਚੁਰਲੀ ਪਰਮਾਤਮਾ ਵੱਲੋਂ ਜਿਸ ਇਲਾਕੇ ਚੋਂ, ਸੂਬੇ ਚੋਂ ਪਾਣੀ ਦੀ ਧਾਰਾ ਪ੍ਰਗਟ ਹੁੰਦੀ ਹੈ, ਪਹਿਲਾ ਹੱਕ ਪਾਣੀ ਤੇ ਉਹਦਾ ਆਉਂਦਾ ਹੈ। ਫਿਰ ਉਹ ਪਾਣੀ ਜਦੋਂ ਦੂਸਰੇ ਸੂਬੇ ਰਾਹੀਂ ਗੁਜ਼ਰਦਾ ਹੈ ਨੈਚੁਰਲੀ, ਕਿਉਂਕਿ ਦਰਿਆਵਾਂ ਦੇ ਵਹਿਣ ਖੁੱਲ੍ਹੇ ਹੀ ਹੁੰਦੇ ਨੇ, ਉਦੋਂ ਕਿਹੜੀਆਂ ਨਹਿਰਾਂ ਸਨ, ਉਸ ਸੂਬੇ ਦਾ ਫਿਰ ਹੱਕ ਹੁੰਦਾ ਹੈ। ਤਾਂ ਉਹਦੀ ਵਰਤੋਂ ਤੋਂ ਬਾਅਦ ਜਿਸ ਸੂਬੇ ਚੋਂ ਪਾਣੀ ਨੇ ਗੁਜ਼ਰਨਾ ਹੈ, ਬਚਦਾ ਪਾਣੀ ਹੋਰਾਂ ਸੂਬਿਆਂ ਨੂੰ ਵੰਡ ਦਿੱਤਾ ਜਾਂਦਾ, ਪਰ ਉਹਦਾ ਮੁੱਲ ਲਿਆ ਜਾਂਦਾ। ਜਿਵੇਂ ਰਾਜਸਥਾਨ ਵਾਲਿਆਂ ਤੋਂ ਆਪਾਂ ਪੱਥਰ ਲੈਣਾ ਤੇ ਉਹ ਮੁੱਲ ਦਿੰਦੇ ਨੇ ਨਾ, ਪਰ ਸਾਡਾ ਪਾਣੀ ਖੋਹ ਲਿਆ ਗਿਆ, ਚਾਹੇ ਹਰਿਆਣੇ ਨੂੰ ਦਿੱਤਾ, ਦਿੱਲੀ ਨੂੰ ਦਿੱਤਾ, ਰਾਜਸਥਾਨ ਨੂੰ ਦਿੱਤਾ, ਸਾਨੂੰ ਮੁੱਲ ਨਹੀਂ ਦਿੱਤਾ ਗਿਆ। ਜੇ ਅੱਜ ਪਾਣੀ ਦਾ ਤੁਸੀਂ ਮੁੱਲ ਵੇਖੋ ਤੇ ਮਿਲੀਅਨਸ ਆਫ ਡਾਲਰ, ਕਰੋੜਾਂ ਅਰਬਾਂ ਖਰਬਾਂ ਰੁਪਈਆ ਬਣਦਾ ਹੈ ਇੱਕ ਮਹੀਨੇ ਦਾ। ਸ਼ਾਇਦ ਸਾਨੂੰ ਪਾਣੀ ਦਾ ਮੁੱਲ ਜਦੋਂ ਤੋਂ ਇਹ ਲੁੱਟ ਹੋ ਰਹੀ ਹੈ ਮਿਲਦਾ ਰਹਿੰਦਾ ਤੇ ਸਾਡੇ ਬੱਚਿਆਂ ਨੂੰ ਕੈਨੇਡਾ, ਅਮਰੀਕਾ, ਵੈਸਟਰਨ ਕੰਟਰੀਜ਼ ਦੇ ਵਿੱਚ ਜਾ ਕੇ ਦਿਹਾੜੀ ਨਾ ਕਰਨੀ ਪੈਂਦੀ, ਅਸੀਂ ਇੱਥੇ ਹੀ ਕਰੋੜਾਂਪਤੀ ਹੁੰਦੇ। ਪਰ ਧੱਕੋ ਜ਼ੋਰੀ ਚੱਲਦੀ ਰਹੀ ਸਿੱਖਾਂ ਦੇ ਨਾਲ। ਅਮੀਰ ਦੇਸ਼ ਪੰਜਾਬ ਇਹਨਾਂ ਲੱਕੋਂ ਤੋੜ ਸੁੱਟਿਆ, ਆਰਥਿਕ ਹਾਲਤ ਮੰਦੀ ਕਰ ਦਿੱਤੀ ਗਈ। ਇੱਦਾਂ ਵਧੀਕੀਆਂ ਦਾ ਦੌਰ ਸਾਡੇ ਨਾਲ ਚੱਲਦਾ ਰਿਹਾ। ਵੈਸੇ ਪਰਾਇਆ ਹੱਕ ਖਾਣਾ ਜਿਹੜਾ ਹੈ ਨਾ, ਇਹਦੇ ਨਾਲੋਂ ਵੱਡਾ ਕੋਈ ਦੁਨੀਆ ਤੇ ਪਾਪ ਨਹੀਂ। ਕਦੇ ਬਾਣੀ ਪੜ੍ਹਿਓ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਮਹਾਰਾਜ ਕਹਿੰਦੇ ਨੇ ਜਿਵੇਂ ਮੁਸਲਮਾਨ ਲੋਕ ਸੂਰ ਖਾਣ ਨੂੰ ਗੁਨਾਹ ਸਮਝਦੇ ਨੇ, ਹਿੰਦੂ ਲੋਕ ਗਊ ਖਾਣ ਨੂੰ ਪਾਪ ਸਮਝਦੇ ਨੇ, ਇੱਦਾਂ ਹੀ ਬਗਾਨਾ ਹੱਕ ਖਾਣਾ ਸਭ ਤੋਂ ਵੱਡਾ ਪਾਪ ਹੈ। ਬਗਾਨਾ ਹੱਕ ਖਾਣ ਵਾਲਾ ਜਿੰਨੇ ਚਾਹੇ ਧਰਮ ਕਰਮ ਪਖੰਡ ਕਰ ਲਵੇ, ਉਹਦਾ ਪੀਰ ਉਹਦੀ ਦਰਗਾਹ ਵਿੱਚ ਹਾਮੀ ਨਹੀਂ ਭਰੇਗਾ, ਉਸ ਦੋਸ਼ੀ ਨੂੰ ਸਜ਼ਾ ਮਿਲਦੀ ਹੀ ਮਿਲਦੀ ਹੈ। ਖੈਰ, ਸਾਡਾ ਹੱਕ ਮਾਰਿਆ ਗਿਆ। ਸਿੱਖ ਪੰਥ ਰਾਜਸੀ ਅਤੇ ਧਾਰਮਿਕ ਹੱਕਾਂ ਲਈ ਸੰਘਰਸ਼ ਕਰ ਰਿਹਾ ਸੀ। ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ। ਦੇਖੋ, ਇਲੈਕਸ਼ਨ ਜਿੱਤਦੀ ਹੈ ਉਹ, ਪਰ ਇਲੈਕਸ਼ਨ ਦੇ ਵਿੱਚ ਹੇਰਾ ਫੇਰੀ ਹੋਈ ਸੀ। ਆਪੋਜੀਸ਼ਨ ਨੇ ਕੇਸ ਕਰ ਦਿੱਤਾ, ਕੇਸ ਚੱਲੇ, ਹਾਰਨ ਕਿਨਾਰੇ ਇੰਦਰਾ ਗਾਂਧੀ ਪਹੁੰਚ ਗਈ ਹੈ। ਹੁਣ ਜਦੋਂ ਹਾਰ ਨਿਸ਼ਚਿਤ ਹੈ, ਰਾਜ ਭਾਗ ਖੁੱਸਣਾ ਸੀ, ਕੁਰਸੀ ਜਾਂਦੀ ਲੱਗੀ ਬੀਬੀ ਇੰਦਰਾ ਗਾਂਧੀ ਨੂੰ, ਉਹਨੇ ਆਪੋਜੀਸ਼ਨ ਨੂੰ, ਵਿਪਕਸ਼ ਨੂੰ ਦਬਾਉਣ ਦੇ ਲਈ ਅਚਾਨਕ ਹੀ ਮਾਹੌਲ ਖਰਾਬ ਦੱਸ ਕੇ, ਇੰਟਰਨਲ ਡਿਸਟਰਬੈਂਸ ਦੱਸ ਕੇ ਵੀ ਦੇਸ਼ ਦੇ ਅੰਦਰ ਹਾਲਾਤ ਚੰਗੇ ਨਹੀਂ, ਰਾਸ਼ਟਰਪਤੀ ਕੋਲੋਂ ਧੱਕੇ ਨਾਲ ਦਸਤਖਤ ਕਰਵਾ ਕਰਕੇ 25 ਜੂਨ 1975 ਨੂੰ ਐਮਰਜੈਂਸੀ ਲਾ ਦਿੱਤੀ। ਬਹੁਤੇ ਲੀਡਰ ਵਿਪਕਸ਼ ਕੇ ਚੁੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ। ਕੋਈ ਅਪੀਲ ਦਲੀਲ ਨਹੀਂ ਸੁਣਦਾ, ਅਖਬਾਰਾਂ ਤੇ ਮੀਡੀਏ ਤੇ ਸੈਂਸਰ ਲਾਗੂ ਹੋ ਗਿਆ, ਪੱਤਰਕਾਰ ਗ੍ਰਿਫਤਾਰ ਕੀਤੇ ਜਾਣ ਲੱਗੇ। 4 ਬੰਦੇ ਕਿਧਰੇ ਇਕੱਠੇ ਹੋ ਕੇ ਬਾਤ ਨਹੀਂ ਸੀ ਪਾ ਸਕਦੇ। ਇਹ 21 ਮਹੀਨੇ ਐਮਰਜੈਂਸੀ ਚੱਲੀ ਸੀ। ਤਕਰੀਬਨ 11 ਲੱਖ ਦੇ ਕਰੀਬ ਬੰਦੇ ਨੂੰ ਉਸ ਸਮੇਂ ਜੇਲ੍ਹ ਜਾਣਾ ਪਿਆ। ਖੈਰ, ਕੋਈ ਡਰਦਾ ਬਾਤ ਨਹੀਂ ਸੀ ਪਾਉਂਦਾ। ਇਸ ਧੱਕੋ ਜ਼ੋਰੀ ਦੇ ਖਿਲਾਫ ਸਿੱਖ ਉੱਠੇ ਨੇ, ਕੁਝ ਬੰਗਾਲੀ ਵੀ ਉੱਠੇ ਸਨ। ਉਸ ਸਮੇਂ ਦਮਦਮੀ ਟਕਸਾਲ ਦੇ ਮੁਖੀ ਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ। ਉਹ ਹਰਿਮੰਦਰ ਸਾਹਿਬ ਆਏ। ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਉਹਨਾਂ ਨੂੰ ਮਿਲਦੇ ਨੇ। ਸੰਤ ਲੌਂਗੋਵਾਲ ਹੋਣਾ ਦਾ ਚਿਹਰਾ ਲੱਥਾ ਸੀ। ਸੰਤ ਭਿੰਡਰਾਂ ਵਾਲਿਆਂ ਨੇ ਪੁੱਛਿਆ, ਸੰਤ ਜੀ ਕੀ ਕਾਰਨ ਹੈ, ਚਿਹਰੇ ਦੇ ਉੱਤੇ ਦੁੱਖ ਤਕਲੀਫ ਜਾਪਦੀ ਹੈ, ਬੜਾ ਸ਼ਿਕਨ ਜਾਪਦਾ ਹੈ। ਤੋ ਸੰਤ ਲੌਂਗੋਵਾਲ ਆਖਣ ਲੱਗੇ, ਦੇਖੋ ਜੀ ਐਮਰਜੈਂਸੀ ਹੈ, ਸਾਨੂੰ ਹੱਕੀ ਮੰਗਣ ਦਾ ਵੀ ਹੱਕ ਨਹੀਂ ਰਿਹਾ। ਗ੍ਰਿਫਤਾਰੀਆਂ ਦਾ ਦੌਰ ਆਪਾਂ ਚਲਾਇਆ ਹੋਇਆ, ਆਵਾਜ਼ ਉਠਾਈ ਹੋਈ ਹੈ, ਪਰ ਖੁਸ਼ੀ ਨਾਲ ਕੋਈ ਗ੍ਰਿਫਤਾਰੀ ਨਹੀਂ ਦੇਣੀ ਚਾਹੁੰਦਾ। ਔਰ ਉਧਰੋਂ ਦਸੰਬਰ ਦੇ ਵਿੱਚ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ 300 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ 1975 ਦੇ ਵਿੱਚ ਹੀ। ਤੋ ਅਸੀਂ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ
ਸਮਾਗਮ ਕਰਨੇ ਨੇ। ਐਮਰਜੈਂਸੀ ਹੈ, ਮਜਬੂਰੀ ਹੈ, ਕੁਝ ਨਹੀਂ ਕਰ ਪਾ ਰਹੇ। ਸੰਤ ਕਰਤਾਰ ਸਿੰਘ ਹੁਣਾਂ ਨੇ ਆਖਿਆ ਸੀ, ਸੰਤ ਲੌਂਗੋਵਾਲ ਜੀ ਹੌਸਲਾ ਨਾ ਹਾਰੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਹੋਵੇਗੀ, ਸੰਗਤਾਂ ਦੇ ਜਥੇ ਲਾਮਬੱਧ ਕੀਤੇ ਜਾਣਗੇ, ਸਿੱਖੀ ਵੀ ਪ੍ਰਫੁੱਲਤ ਰਹੇਗੀ ਤੇ ਜੇਲਾਂ ਵੀ ਭਰ ਦਿੱਤੀਆਂ ਜਾਣਗੀਆਂ। ਸੋ ਮਾਨਵਤਾ ਦਾ ਕਾਣ ਹੁੰਦਾ ਵੇਖ ਕੇ ਸੰਤਾਂ ਨੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਸੰਪਰਦਾਵਾਂ ਸੰਗਤਾਂ ਦਾ ਸਾਥ ਲੈ ਕਰਕੇ ਪ੍ਰਚਾਰ ਪ੍ਰਸਾਰ ਆਰੰਭ ਕੀਤਾ। 37 ਦੇ ਕਰੀਬ ਨਗਰ ਕੀਰਤਨ ਜਲੂਸ ਉਦੋਂ ਕੱਢੇ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਕਰ ਕਰਕੇ, ਜਦੋਂ 4 ਬੰਦੇ ਨਹੀਂ ਸੀ ਇੰਦਰਾ ਦੇ ਹੁਕਮ ਕਰਕੇ ਐਮਰਜੈਂਸੀ ਵਿੱਚ ਇਕੱਠੇ ਹੋ ਸਕਦੇ, ਔਰ ਇੱਕ ਨਾਰਾ ਬੁਲੰਦ ਕੀਤਾ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਨਾਰੇ ਨੇ ਰੂਹ ਫੂਕ ਦਿੱਤੀ ਸਿੱਖ ਕੌਮ ਦੇ ਅੰਦਰ। ਇੰਦਰਾ ਗਾਂਧੀ ਦਾ ਸੱਤਾ ਦਾ ਕੋਈ ਖਾਲਸਿਆਂ ਨੂੰ ਡਰ ਨਾ ਰਿਹਾ। ਵੇਖੋ ਬਾਣੀ ਦਾ ਫਰਮਾਨ ਹੈ, ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ। ਜਿਹਦੇ ਤੇ ਗੁਰੂ ਨਾਨਕ ਦੀ ਕਿਰਪਾ ਹੈ, ਅਕਾਲ ਪੁਰਖ ਦੀ ਕਿਰਪਾ ਹੈ, ਉਹਦੀ ਖਲੜੀ ਵਿੱਚ ਡਰ ਨਹੀਂ ਰਹਿੰਦਾ, ਨਾ ਇੰਦਰਾ ਦਾ ਤੇ ਨਾ ਪ੍ਰਤੱਖ ਕਾਲ ਦਾ ਹੀ ਡਰ ਰਹਿੰਦਾ ਹੈ। ਸਿੱਖੀ ਬੁਲੰਦ ਹੋਣ ਲੱਗੀ। ਬੜੀ ਨਿਡਰ ਹਸਤੀ ਸੀ ਸੰਤਾਂ ਦੀ। ਉਸੇ ਹੀ ਸਾਲ 1975 ਵਿੱਚ ਜਦੋਂ 22 ਦਸੰਬਰ ਵਾਲੇ ਦਿਨ ਦਿੱਲੀ ਦੇ ਵਿੱਚ ਲੱਖਾਂ ਦਾ ਇਕੱਠ ਹੋਇਆ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅਗੰਮੀ ਦਿਵਸ ਮਨਾਇਆ ਜਾਣ ਲੱਗਾ। ਇੰਦਰਾ ਗਾਂਧੀ ਲਾਮ ਲਸ਼ਕਰ ਲੈ ਕੇ ਸਿਰ ਝੁਕਾਉਣ ਪਹੁੰਚੀ ਹੈ। ਸੰਤ ਕਰਤਾਰ ਸਿੰਘ ਗੁਰੂ ਕੀ ਹਜ਼ੂਰੀ ਵਿੱਚ ਤਾਬਿਆ ਵਿੱਚ ਬੈਠੇ ਸਨ। ਜਦੋਂ ਦਿੱਲੀ ਦਾ ਤਖਤ ਆ ਕੇ ਨਿਭਿਆ, ਇੰਦਰਾ ਗਾਂਧੀ ਨੂੰ ਸਮਾਂ ਮਿਲਿਆ, ਉਹਨੇ ਗਲੂਏ ਚੋਂ ਬੋਲ ਕੱਢੇ, ਜਿਸ ਦਿੱਲੀ ਤਖਤ ਨੇ ਕਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੌਤ ਦਾ ਫਰਮਾਨ ਜਾਰੀ ਕੀਤਾ, ਗੁਰਾਂ ਨੂੰ ਸ਼ਹੀਦ ਕੀਤਾ, ਅੱਜ ਉਹ ਦਿੱਲੀ ਤਖਤ ਗੁਰਾਂ ਦਾ ਅਹਿਸਾਨ ਉਤਾਰਨ ਦੇ ਲਈ, ਕਿਉਂਕਿ ਉਹਨਾਂ ਤਿਲਕ ਜੰਜੂ ਨੂੰ, ਸਨਾਤਨ ਮਤ ਨੂੰ ਰੱਖਿਆ ਏ, ਸਿਰ ਝੁਕਾਉਣ ਇੱਥੇ ਪਹੁੰਚਿਆ ਹੈ। ਸੰਤ ਕਰਤਾਰ ਸਿੰਘ ਹੁਣਾਂ ਨੂੰ ਬੋਲਣ ਦਾ ਸਮਾਂ ਮਿਲਿਆ। ਕਹਿੰਦੇ, ਬੀਬੀ ਇੰਦਰਾ ਗਾਂਧੀ ਇੱਕ ਗੱਲ ਸੁਣ ਕੇ ਜਾਈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ, ਤਿਲਕ ਜੰਜੂ ਦੀ ਰੱਖਿਆ ਹੋਈ। ਜੇ ਕਿਧਰੇ ਉਹ ਸੀਸ ਨਾ ਦਿੰਦੇ ਤੇ ਅੱਜ ਤੂੰ ਮਾਈ ਸਾੜੀ ਪਾ ਕੇ ਨਾ ਆਉਂਦੀ, ਇਸ ਸਮਾਗਮ ਵਿੱਚ ਬੁਰਕਾ ਪਾ ਕੇ ਆਉਂਦੀ। ਇਹ ਤਾਂ ਕਿਹਾ ਜਾ ਸਕਦਾ ਹੈ ਵੀ ਗੁਰਾਂ ਦੇ ਦਰ ਤੇ ਸ਼ੁਕਰੀਆ ਅਦਾ ਕਰਨ ਤੂੰ ਆਈ ਹੈ। ਜਿਹੜਾ ਕਿਹਾ ਨਾ ਵੀ ਗੁਰਾਂ ਦਾ ਅਹਿਸਾਨ ਲਾਉਣ ਆਈ ਹੈ, ਤੂੰ ਇੱਕ ਸਿਰ ਝੁਕਾਇਆ ਹੈ। ਭਾਰਤ ਵਰਸ਼ ਦੇ ਸਮੁੱਚੇ ਬਸ਼ਿੰਦੇ ਜਿੰਨੇ ਵੀ ਸਰੀਰ ਤੇ ਰੋਮ ਹੁੰਦੇ ਨੇ, ਕੇਸ ਹੁੰਦੇ ਨੇ, ਓਨੀ ਵਾਰ ਤੁਸੀਂ ਸਾਰੇ ਆਪਣਾ ਸਿਰ ਕਲਮ ਕਰਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਵੀ ਰੱਖ ਦਿਓ ਤੇ ਤੁਸੀਂ ਗੁਰੂ ਦਾ ਅਹਿਸਾਨ ਨਹੀਂ ਲਾ ਸਕਦੇ। ਇਹ ਸੱਚੇ ਸੰਤ ਦੇ ਬੋਲ ਸਨ। ਬਾਣੀ ਦਾ ਫਰਮਾਨ ਹੈ, ਸੋ ਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਚੈ ਮਨ ਮੁਖ ਵਿਚਾਰੈ। ਡਰਦਾ ਉਹ ਹੈ ਜਿਹੜਾ ਮਨਮੁਖ ਹੈ, ਜਿਹੜੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਰਹਿੰਦੇ ਨੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਸੋ ਐਸੇ ਅਗੰਮੀ ਬੋਲ ਸੰਤਾਂ ਨੇ ਪ੍ਰਗਟ ਕੀਤੇ। ਸੋਚੀ ਪੈ ਗਈ ਵੀ ਇਹ ਜਵਾਨੀ ਵਿੱਚ ਕਿਹੜਾ ਸਾਧ ਹੈ ਜਿਹੜਾ ਦਿੱਲੀ ਦੇ ਤਖਤ ਨੂੰ ਲਲਕਾਰ ਰਿਹਾ ਹੈ। ਬਸ ਇਹਦਾ ਧਿਆਨ ਦਮਦਮੀ ਟਕਸਾਲ ਵੱਲ ਹੋ ਗਿਆ। ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਅੱਗੇ ਬੜੀ ਤੰਗੀ ਸੀ ਇਸ ਨੂੰ। ਸੋ ਇਹਦੇ ਜ਼ਿਹਨ ਵਿੱਚ ਖਿਆਲਾਤ ਪ੍ਰਗਟ ਹੋਣ ਲੱਗੇ, ਸਿੱਖਾਂ ਦਾ ਖਾਤਮਾ ਕਿਵੇਂ ਕਰਨਾ ਹੈ, ਇਹਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਣੀਆਂ, ਇਹਨਾਂ ਦਾ ਖੁਰਾ ਖੋਜ ਅਬਦਾਲੀ ਵਾਂਗੂ ਮਿਟਾਉਣਾ ਹੈ। ਸੋ ਜਿੰਨੇ ਵੀ ਦੇਹਧਾਰੀ ਪਖੰਡੀ ਗੁਰੂ ਬਣ ਬੈਠੇ ਸਨ, ਉਹਨਾਂ ਨੂੰ ਤਾਕਤ ਦਿੱਤੀ ਗਈ, ਸਿਕਿਉਰਿਟੀ ਦਿੱਤੀ ਗਈ। ਸਿੱਖਾਂ ਦੇ ਵਿੱਚ ਡਿਵਾਈਡ ਐਂਡ ਰੂਲ ਦੀ ਬਾਤ ਪ੍ਰਗਟ ਕੀਤੀ ਗਈ। ਭਾਵਨਾ ਸਿੱਖਾਂ ਦੀ ਖਤਮ ਕੀਤੀ ਜਾਣ ਲੱਗੀ। ਸਭ ਤੋਂ ਵੱਡੀ ਚੋਟ ਜੇ ਸਾਡੇ ਤੇ ਹੋਈ ਪਖੰਡੀ ਗੁਰੂਆਂ ਵੱਲੋਂ ਤੇ ਉਹ ਸੀ ਨਿਰੰਕਾਰੀ ਗੁਰਬਚਨ ਸਿੰਘ ਵੱਲੋਂ। ਇੰਦਰਾ ਗਾਂਧੀ ਦੇ ਹੁਕਮ ਦੇ ਵਿੱਚ ਉਸ ਬਾਬੇ ਨੇ 1700 ਵਾਹਿਗੁਰੂ 1978 ਦਾ ਸਮਾਂ,
ਉਧਰੋਂ ਵਿਸਾਖੀ ਦਾ ਦਿਹਾੜਾ ਸਿੱਖ ਜਗਤ ਨੇ ਮਨਾਉਣਾ ਹੈ। ਉਧਰੋਂ ਇਹਨੇ ਐਲਾਨ ਕਰ ਦਿੱਤਾ, ਮੈਂ ਗੁਰੂ ਗੋਬਿੰਦ ਸਿੰਘ ਦੇ 5 ਪਿਆਰਿਆਂ ਦੀ ਜਗ੍ਹਾ 7 ਸਿਤਾਰੇ ਥਾਪਾਂਗਾ। ਮੈਂ ਗੁਰੂ ਨਾਨਕ ਦਾ ਅਵਤਾਰ ਹਾਂ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਤੇ ਕਦਮ ਰੱਖੇ ਗਏ। ਇਹਦੇ ਵੱਲੋਂ ਮਹਾਰਾਜ ਦੀ ਬੇਅਦਬੀ ਕੀਤੀ ਗਈ। ਸੰਤ ਜਰਨੈਲ ਸਿੰਘ ਹੁਣੀ ਦਮਦਮੀ ਟਕਸਾਲ ਦੇ ਮੁਖੀ ਸਨ। ਸਾਰੇ ਸਿੱਖ ਜਗਤ ਦੇ ਮਹਾਪੁਰਸ਼ਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਜਿੰਨੀਆਂ ਵੀ ਸਿੱਖ ਜਗਤ ਦੀਆਂ ਜਥੇਬੰਦੀਆਂ ਸਨ, ਇੱਕ ਆਵਾਜ਼ ਬੁਲੰਦ ਕੀਤੀ ਗਈ ਵੀ ਇਹ ਤੂੰ ਗੁਨਾਹ ਕਰ ਰਿਹਾ ਹੈ, ਤੂੰ ਕਰਮ ਨਹੀਂ ਕਰੇਗਾ। ਸਰਕਾਰ ਨੂੰ ਗੁਹਾਰ ਲਾਈ ਗਈ ਵੀ ਇਸ ਪਾਪ ਤੋਂ ਨਿਰੰਕਾਰੀਆਂ ਨੂੰ ਰੋਕਿਆ ਜਾਵੇ। ਪਰ ਸਰਕਾਰ ਦੀ ਸ਼ਹਿ ਸੀ। ਸ਼ਾਂਤਮਈ ਸਿੱਖ ਦਮਦਮੀ ਟਕਸਾਲ ਵੱਲੋਂ, ਅਖੰਡ ਕੀਰਤਨੀ ਜਥੇ ਵੱਲੋਂ ਜਾਂ ਹੋਰ ਸਿੱਖ ਸੰਗਤਾਂ ਇਸ ਚੱਲ ਰਹੇ ਪਾਖੰਡ ਦੇ ਡੰਮ ਨੂੰ ਰੋਕਣ ਦੇ ਲਈ ਪ੍ਰੇਮ ਦੇ ਸਹਿਤ ਜਾ ਕੇ ਸਮਝਾਉਣਾ ਚਾਹੁੰਦੇ ਸਨ। ਕਾਫਲਾ ਲੈ ਕੇ ਗਏ। ਅੰਨ੍ਹੇਵਾਹ ਅੱਗੋਂ ਗੋਲੀਆਂ ਦੀ ਵਰਖਾ ਹੋਈ। ਨਿਹੱਤੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। 13 ਸਿੰਘ ਸ਼ਹੀਦ ਹੋਏ। ਖਾਲਸਾ ਪੰਥ ਰੌਂ ਦੇ ਵਿੱਚ ਆ ਗਿਆ। ਸਜ਼ਾ ਤੇ ਕੀ ਦੇਣੀ ਸੀ ਗੁਰਬਚਨ ਸਿੰਘ ਨੂੰ? ਉਲਟਾ ਕੇਸ ਚਲਾ ਕਰਕੇ ਹਰਿਆਣੇ ਵੱਲ ਆਪਣੇ ਜੱਜ ਲਾ ਕੇ ਰਿਹਾ ਕਰ ਦਿੱਤਾ ਗਿਆ। ਇੱਕ ਪਲ ਦੇ ਲਈ ਵੀ ਸਲਾਖਾਂ ਦੇ ਪਿੱਛੇ ਨਾ ਸੁੱਟਿਆ। ਫਿਰ ਸੰਤ ਜਰਨੈਲ ਸਿੰਘ ਹੋਣਾ ਐਲਾਨ ਕਰ ਦਿੱਤਾ, ਖਾਲਸਾ ਪੰਥ ਗੁਰਾਂ ਦੀ ਬੇਅਦਬੀ ਦਾ, 13 ਸਿੰਘਾਂ ਦੀ ਸ਼ਹਾਦਤ ਦਾ ਜਿਹੜਾ ਫਲ ਹੈ ਭੁਗਤਾ ਲਵੇਗਾ ਇਹਨਾਂ ਜ਼ਾਲਮਾਂ ਨੂੰ। ਇਹ ਐਲਾਨ ਹੋਇਆ। ਫਿਰ ਕਿਸ ਪ੍ਰਕਾਰ ਦੇ ਨਾਲ ਅਗਾਂਹ ਸਿੱਖ ਜਗਤ ਨੇ ਵਿਉਂਤਬੰਦੀ ਘੜੀ ਹੈ। ਕੱਲ ਦੇ ਦੀਵਾਨ ਵਿੱਚ ਆਪ ਸੰਗਤ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ। ਦਾਸ ਇੱਥੇ ਹੀ ਆਪਣੀ ਬਾਣੀ ਨੂੰ, ਆਪਣੇ ਖਿਆਲਾਂ ਨੂੰ ਵਿਸ਼ਰਾਮ ਦਿੰਦਾ ਹੋਇਆ ਆਪ ਸੰਗਤ ਨੂੰ ਵਾਹਿਗੁਰੂ ਜੀ ਕਾ। ਅੱਜ ਜੂਨ 1984 ਦੇ ਸਮੇਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ ਉੱਤੇ ਭਾਰਤ ਵਰਸ਼ ਦੀ ਹਕੂਮਤ ਵੱਲੋਂ ਰਾਣੀ ਬੀਬੀ ਇੰਦਰਾ ਗਾਂਧੀ ਵੱਲੋਂ ਫੌਜਾਂ ਭੇਜ ਕੇ ਹਮਲਾ ਕੀਤਾ ਗਿਆ। ਸਿੱਖ ਜਗਤ ਇਸ ਦਿਹਾੜੇ ਨੂੰ ਤੀਸਰੇ ਘੱਲੂ ਘਾਰੇ ਦੇ ਤੌਰ ਤੇ ਮਨਾਉਂਦਾ ਹੈ ਔਰ ਅੱਜ ਸਮੁੱਚਾ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋ ਰਿਹਾ ਹੈ। ਦੇਖੋ, ਆਪਣੇ ਜ਼ਿਹਨ ਦੇ ਵਿੱਚ ਇਹ ਚੰਗੀ ਤਰ੍ਹਾਂ ਟਿਕਾ ਲਵੋ। ਇਸ ਇਤਿਹਾਸ ਨੂੰ ਚੰਗੀ ਤਰ੍ਹਾਂ ਮਨ ਵਿੱਚ ਬਿਠਾ ਲਵੋ। ਜਦੋਂ ਵੀ ਕਿਸੇ ਦੀਨ ਨੂੰ, ਮਜ਼ਹਬ ਨੂੰ ਹਰਿਆਂ ਭਰਿਆਂ ਰੱਖਣਾ ਹੁੰਦਾ ਹੈ ਨਾ, ਕਿਸੇ ਪੌਦੇ ਦੀ ਨਿਆਈ ਤੇ ਲਹੂ ਡੋਲਣਾ ਪੈਂਦਾ ਹੈ। ਕਿਸੇ ਵੀ ਕੌਮ ਨੇ ਅਗਰ ਦੁਨੀਆ ਤੇ ਪ੍ਰਫੁੱਲਤ ਰਹਿਣਾ ਕੀਤਾ ਹੈ ਤੇ ਲਹੂ ਜ਼ਰੂਰ ਡੋਲਣਾ ਪਿਆ ਹੈ। ਬਿਨਾਂ ਤੇਲ ਤੋਂ ਦੀਵਾ ਨਹੀਂ ਬਲਦਾ, ਬਿਨਾਂ ਸਿੰਚਾਈ ਤੋਂ ਬਾਗ ਹਰੇ ਭਰੇ ਨਹੀਂ ਰਹਿੰਦੇ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਨੇ ਆਪ ਆਪਣਾ ਲਹੂ ਡੋਲਿਆ, ਸਿੱਖੀ ਦੀਆਂ ਜੜ੍ਹਾਂ ਵਿੱਚ ਪਾਇਆ ਤੇ ਸਿੱਖੀ ਨੂੰ ਹਰਿਆਂ ਭਰਿਆਂ ਕੀਤਾ। ਇਸੇ ਤਰ੍ਹਾਂ ਹੀ ਸ਼ਹੀਦੀਆਂ ਦਾ ਦੌਰ ਚੱਲਦਾ ਰਿਹਾ। 10 ਲੱਖ ਦੇ ਕਰੀਬ ਸਿੱਖ ਜਗਤ ਦੇ ਅੰਦਰ ਸ਼ਹੀਦੀਆਂ ਨੇ। ਹੁਣ ਆਪਾਂ ਬਾਣੀ ਦੇ ਵਿੱਚ ਲਫ਼ਜ਼ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪ੍ਰੇਮ ਦੀ ਖਾਤਰ, ਧਰਮ ਦੀ ਖਾਤਰ ਸਿਰ ਦੇਣਾ ਪੈਂਦਾ ਹੈ। ਜਿਹੜੇ ਦੀਨ ਲਈ ਸਿਰ ਤਲੀ ਰੱਖ ਲੈਂਦੇ ਨੇ ਉਹਨਾਂ ਨੂੰ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਗਲੀ ਪ੍ਰਾਪਤ ਹੁੰਦੀ ਹੈ, ਮੇਰਾ ਘਰ ਪ੍ਰਾਪਤ ਹੁੰਦਾ ਹੈ। ਬਾਣੀ ਦਾ ਇਹ ਫਰਮਾਨ ਹੈ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਦੀਨ ਦੀ ਖਾਤਰ, ਗਰੀਬ ਦੀ ਖਾਤਰ, ਮਜ਼ਹਬ ਦੀ ਖਾਤਰ, ਧਰਮ ਦੀ ਖਾਤਰ ਪੁਰਜਾ ਪੁਰਜਾ ਹੋ ਜਾਣਾ, ਕੱਟੇ ਜਾਣਾ, ਵੱਢੇ ਜਾਣਾ, ਐਸੇ ਸੂਰੇ ਹੀ ਦੁਨੀਆ ਵਿੱਚ ਅਮਰ ਹੁੰਦੇ ਨੇ।
ਭਾਈ ਸਾਹਿਬ ਭਾਈ ਨੰਦ ਲਾਲ ਦੇ ਫਾਰਸੀ ਦੇ ਬੋਲ ਨੇ ਦਰ ਹਰ ਦੋ ਕੌਣ ਗਰਦ ਨੇ ਉਹ ਸਰ ਬੁਲੰਦ ਸ਼ੁੱਧ ਮਨਸੂਰਵਾਰ ਹਰ ਕੇ ਸੂਏਦਾਰ ਮੇਰ ਵੱਧ। ਜੇ ਚਾਹੁੰਦਾ ਹੈ ਲੋਕ ਪਰਲੋਕ ਵਿੱਚ ਸਿਰ ਉੱਚਾ ਹੋਵੇ ਤੇ ਮਨਸੂਰ ਵਾਂਗੂ ਸੱਚ ਦੀ ਖਾਤਰ ਸੂਲੀ ਚੜ੍ਹਨਾ ਸਿੱਖ ਲਾ। ਜਿਹੜੇ ਫਿਰ ਸੂਲੀ ਚੜ੍ਹਦੇ ਨੇ ਸ਼ਹਾਦਤ ਦੀ ਅਵਧੀ ਮਾਣਦੇ ਨੇ ਉਹਨਾਂ ਦਾ ਲੋਕ ਪਰਲੋਕ ਸੌਰ ਜਾਂਦਾ ਹੈ, ਜੈ ਜੈਕਾਰ ਹੁੰਦੀ ਹੈ। ਆਪਾਂ ਕੱਲ ਤੀਸਰੇ ਘੱਲੂ ਘਾਰੇ ਨਾਲ ਸੰਬੰਧਿਤ ਜੋ ਇਤਿਹਾਸ ਹੈ ਉਹਦੇ ਪਿਛੋਕੜ ਵਿੱਚ ਝਾਤ ਮਾਰ ਰਹੇ ਸਾਂ। ਸਿੱਖੀ ਸਿਧਾਂਤਾਂ ਦੀ ਬੇਅਦਬੀ ਕੀਤੀ ਗੁਰਬਚਨ ਸਿਉ ਨਿਰੰਕਾਰੀ ਨੇ। ਸਰਕਾਰਾਂ ਨੇ ਸਾਨੂੰ ਨਿਆਂ ਨਾ ਦਿੱਤਾ। ਮੰਜੀ ਸਾਹਿਬ ਤਕਰੀਰ ਕੀਤੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਜੇ ਸਰਕਾਰਾਂ ਨਿਆਂ ਨਹੀਂ ਕਰਦੀਆਂ ਤੇ ਹਿਸਾਬ ਖਾਲਸਾ ਆਪ ਪੂਰਾ ਲੈ ਲਵੇਗਾ। ਤਾਂ ਉਹਨਾਂ ਦੇ ਅਲਫਾਜ਼ ਜਿਹੜੇ ਸਨ ਮੁਰਦਿਆਂ ਵਿੱਚ ਰੂਹ ਫੂਕ ਦਿੰਦੇ ਸਨ। ਨਾਮ ਦਾ ਪ੍ਰਤਾਪ ਐਸਾ ਸੀ, ਰੱਬ ਜੀ ਵਸਾਏ ਸਾਧ ਕੀ ਰਸਨਾ। ਜਦੋਂ ਕੋਰਟ ਕਚਹਿਰੀਆਂ ਨੇ ਸਜ਼ਾ ਨਾ ਸੁਣਾਈ तो भाई काबल सिंह ने ज्ञानी रंजीत सिंह ने फिर कमर कस्से करके गुरबचन सिंह निरंकारी नूं तुर्की टिकट दे दी 1980 दे विच। खुरा खोज उसका मिटा दिता। और उस केस दे विच जदों आपां पढ़दे हैं द फस्ट इंफॉर्मेशन रिपोर्ट जिहड़ी है ना 20 नाम नामजद होए, जिन्हां विच संत भिंडरां वालियां दा भी नाम सी भी इन्हां दे बोलां करके ही प्रेरणा मिलती है, गांडीव सूरे बनते ने, इन्हां दा हथ है कतल दे विच। खैर समा लंघदा गया। साडे अंदर एक चीस सी 1947 तो लैके भी सानू पंजाब लंगड़ा मिलिया है, सब कुछ साडा खो लिया गया है। सो हकी मंगां दा एक मता तैयार किया गया जिन्हों कहते ने रेजोल्यूशन ऑफ आनंदपुर साहिब, जिन्हों आनंदपुर का मता कहते हो। IAS सरदार कपूर सिंह होना एक लिखत तैयार की। श्रोमणी अकाली दल वल्लों जरनल इजलास दे विच ये मता पास किया गया। मैं रंचक मात्र जिक्र कर दवां, बड़ा हवा बनाया जाता आनंदपुर के मते का। असल ये विच दो पक्ष सन, एक धार्मिक मंगां साडियां, एक राजसी मंगां। मैं मुख जिहड़ियां मंगां ने साझियां कर लवां। एक मंग ये सी भी सिख धर्म वखरा रिकोगनाइज किया जाए हिंदू धर्म नालों। ना हम हिंदू ना मुसलमान, गुर सतगुर का जो सिख अखाए सो पलके उठ हर नाम ते आवे। असीं सिख हाँ, बाकी ठीक है असी हिंदू मुसलमान सबना दा अदब करते हैं। अगली मंग रखी गई भी चंडीगढ़ पंजाब नूं दिता जावे ते जेड़ी पानियां दी वंड है यूरोपेरियन लॉ दे अकॉर्डिंग की जावे। पंजाब दे पानियां दा पंजाब नूं मुल दिता जावे। फिर जेड़ी पंजाबी लैंगुएज है, जेड़े पंजाबी बोलते इलाके पंजाब नूं नहीं मिले उत्थे सैकेंड लैंगुएज वालों नामजद की जावे। तो यह भी डिमांड रखी गई भी सेंटर गवर्नमेंट जिहड़ी है वो पावरां बहुतियां अपने हत्थां विच रखदी है, राजां नूं वध अधिकार दिते जाण। ये समुच्चियां स्टेट्स दे लई ही ये मंग जिहड़ी सी रखी गई सी। जिवें रिषिकेश हरिद्वार हिंदू वीरां दी पाक नगरी है, उत्थे नशा पता नहीं विकदा, इदां अमृतसर साहिब नूं भी नशा मुक्त किया जावे, धार्मिक नगरी ऐलानिया जावे। होर नौजवान वीरां दे लई भी ये मता सी भी जिन्हां BA MA कीती है, जिन्ना समा उन्हां नूं जॉब नहीं मिलदी उन्हां नूं सरकार भत्ता दवे गुजारे लई, उन्हां दा रहण वसेबा चलदा रवे। सो जिहड़े सिख गुरुआं दी खिलाफत करते ने, निंदा करते ने,
ਦੇਹਧਾਰੀ ਗੁਰੂ ਬਣੇ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ, ਉਹਨਾਂ ਨੂੰ ਨੱਥ ਪਾਈ ਜਾਵੇ, 302 ਦਾ ਮੁਕੱਦਮਾ ਉਹਨਾਂ ਤੇ ਚਲਾਇਆ ਜਾਵੇ, ਪੰਜਾਬ ਨੂੰ ਵੱਧ ਤੋਂ ਵੱਧ ਬਿਜਲੀ ਦਿੱਤੀ ਜਾਵੇ, ਬੜੇ ਬੜੇ ਕਾਰਖਾਨਿਆਂ ਨੂੰ ਫ੍ਰੀ ਬਿਜਲੀ ਦਿੱਤੀ ਜਾਵੇ। ਇਹ ਮੰਗ ਜਿਹੜੀ ਸੀ ਇਹ ਬਹੁਤੀ ਹਿੰਦੂ ਵੀਰਾਂ ਲਈ ਸੁਖਾਲੀ ਸੀ, ਕਿਉਂਕਿ ਕਾਰੋਬਾਰੀ ਉਹੀ ਨੇ, ਆਪਾਂ ਦੇ ਵਾਹੀ ਖੇਤੀ ਵਾਲੇ ਆ ਬਹੁਤੇ। ਰੁਜ਼ਗਾਰ ਪੰਜਾਬ ਦੇ ਵਿੱਚ ਵਧੇ। ਮੈਨੂੰ ਕਿਧਰੇ ਵੀ ਕੋਈ ਐਸੀ ਮੰਗ ਆਨੰਦਪੁਰ ਦੇ ਮਤੇ ਵਿੱਚ ਨਜ਼ਰ ਹੀ ਨਹੀਂ ਆਉਂਦੀ ਜਿਹੜੀ ਪੜ੍ਹ ਕੇ ਜਾਪੇ ਵੀ ਇਹ ਵੱਖਵਾਦੀ, ਇਹ ਅੱਤਵਾਦੀਆਂ ਵਾਲਾ ਮਤਾ ਸੀ। ਮਤਾ ਪ੍ਰਗਟ ਹੋਇਆ ਹੈ। ਸੈਂਟਰ ਗਵਰਨਮੈਂਟ ਨੇ, ਇੰਦਰਾ ਗਾਂਧੀ ਨੇ ਪੰਜਾਬ ਨਾਲ ਜੋ ਹੋ ਰਿਹਾ ਵਿਤਕਰਾ ਸੀ ਉਸ ਨੂੰ ਖਤਮ ਕਰਨ ਦੀ ਬਜਾਏ, ਸਾਨੂੰ ਹੱਕ ਦੇਣ ਦੀ ਬਜਾਏ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਸੁੱਟਣ ਦਾ ਪ੍ਰੋਗਰਾਮ ਉਲੀਕਿਆ ਹੈ। ਜਦੋਂ ਕੋਈ ਮੰਗ ਨਾ ਮੰਨੀ ਗਈ, ਅਖੀਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧਰਮ ਯੁੱਧ ਮੋਰਚੇ ਦਾ ਆਗਾਜ਼ ਅਗਸਤ 1982 ਵਿੱਚ ਕਰ ਦਿੱਤਾ ਗਿਆ। ਇਸ ਮੋਰਚੇ ਵਿੱਚ ਕੀ ਹੁੰਦਾ ਸੀ? ਸੰਗਤਾਂ ਬੋਲੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੇ ਲਈ ਜਥਿਆਂ ਵਿੱਚ ਚੱਲਦੀਆਂ ਸਨ। ਇੱਥੋਂ ਮੰਜੀ ਸਾਹਿਬ ਤੋਂ ਗ੍ਰਿਫਤਾਰੀ ਦਿੰਦੀਆਂ ਸਨ, ਜੇਲ੍ਹਾਂ ਭਰੀਆਂ ਜਾ ਰਹੀਆਂ ਸਨ। ਔਰ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਆਗੂਆਂ ਨੇ ਸੰਗਤਾਂ ਸਮੇਤ ਖਲੋ ਕੇ ਅਰਦਾਸ ਬੇਨਤੀ ਕੀਤੀ ਸੀ ਵੀ ਜਿੰਨਾ ਚਿਰ ਆਨੰਦਪੁਰ ਸਾਹਿਬ ਦੇ ਮਤੇ ਵਿਚਲੀਆਂ ਮੰਗਾਂ ਸਰਕਾਰ ਕੋਲੋਂ ਮਨਵਾਈਆਂ ਨਹੀਂ ਜਾਂਦੀਆਂ, ਕੋਈ ਪਿੱਛੇ ਕਦਮ ਨਹੀਂ ਹਟੇਗਾ, ਸੰਘਰਸ਼ ਜਾਰੀ ਰਹੇਗਾ, ਪ੍ਰੋਟੈਸਟ ਪੋਲੀਟੀਕਲੀ ਚੱਲਦੇ ਰਹਿਣਗੇ, ਪੀਸਫੁਲ ਪ੍ਰੋਟੈਸਟ ਜਾਰੀ ਰੱਖਾਂਗੇ, ਵਿਰੋਧ ਕਰਦੇ ਰਵਾਂਗੇ। ਪੋਲੀਟੀਕਲ ਡੈਮੋਨਸਟ੍ਰੇਸ਼ਨਸ ਚੱਲ ਪਈਆਂ, ਪ੍ਰਦਰਸ਼ਨ ਹੋਣ ਲੱਗੇ। ਇੰਦਰਾ ਗਾਂਧੀ ਨੇ ਸਖਤਾਈ ਕਰ ਦਿੱਤੀ। ਕੁਝ ਲੀਡਰ ਕਦਮ ਪਿੱਛੇ ਪੁੱਟਣ ਲੱਗ ਪਏ, ਕੁਝ ਲੀਡਰ ਟਿਕੇ ਰਹੇ ਤੇ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਸੂਰੇ ਅਡਿਗ ਅਡੋਲ ਸੂਰਬੀਰ ਬਚਨ ਕੇ ਬਲੀ ਹਾਮੂ ਮਰਦ ਬਾਇਦ ਸ਼ਬਦ ਸੁਖਨਵਰ ਨਾ ਸ਼ਿਕਮੇ ਦਿਗਰ ਦਰਦਾ ਹਾਨੇ ਦਿਗਰ। ਐਸੇ ਮਰਦ ਸਨ ਜੋ ਗਲੂਏ ਵਿੱਚ ਹੈ ਉਹੀ ਢਿੱਡ ਵਿੱਚ, ਜੋ ਗਲ ਵਿੱਚ ਹੈ ਉਹੀ ਪੇਟ ਵਿੱਚ। ਭਾਵ ਦੋ ਖਾਨੇ ਨਹੀਂ ਹੁੰਦੇ ਮਰਦਾਂ ਦੇ ਵੀ, ਢਿੱਡ ਵਿੱਚ ਬਚਨ ਕੋਈ ਹੋਰ ਰੱਖਣਾ ਤੇ ਜ਼ੁਬਾਨ ਤੇ ਕੋਈ ਹੋਰ। ਉਹ ਅੜੇ ਰਹੇ, ਅਡੋਲ ਰਹੇ। ਹੁਣ ਸੰਤ ਭਿੰਡਰਾਂ ਵਾਲਿਆਂ ਨੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਹੋਰਾਂ ਆਗੂਆਂ ਨੂੰ ਨਾਲ ਲੈ ਕੇ ਬੜੇ ਬੜੇ ਪ੍ਰੋਗਰਾਮ ਉਲੀਕੇ। ਔਰ ਸੰਤਾਂ ਦੀ ਬੋਲ ਬਾਣੀ ਐਸੀ ਸੀ, ਉਹਨਾਂ ਦੀ ਬਾਣੀ ਵਿੱਚ ਅਸਰ ਐਸਾ ਸੀ, ਲੋਕਪ੍ਰਿਯਤਾ ਵੱਧ ਗਈ। ਮੰਜੀ ਸਾਹਿਬ ਹਜ਼ਾਰਾਂ ਦੇ ਇਕੱਠ ਹੋਣ ਲੱਗੇ, ਦੇਸ਼ਾਂ ਦੇਸ਼ਾਂਤਰਾਂ ਤੋਂ ਸੰਗਤਾਂ ਆਉਣ ਲੱਗੀਆਂ। ਔਰ ਪੰਜਾਬ ਤੋਂ ਬਾਹਰ ਜਿੱਥੇ ਵੀ ਸੰਤ ਜਾਂਦੇ ਨੇ ਹਜ਼ਾਰਾਂ ਦੇ ਇਕੱਠ ਹੁੰਦੇ ਨੇ। UNO ਤੱਕ ਜੋ ਹਿਊਮਨ ਰਾਈਟਸ ਦੀ ਪਹਿਰੇਦਾਰ ਸਮਝੀ ਜਾਂਦੀ ਹੈ, ਆਵਾਜ਼ ਬੁਲੰਦ ਹੋਈ। ਇੰਦਰਾ ਗਾਂਧੀ ਦੀ ਬਦਖੋਈ ਗਲੋਬਲ ਲੈਵਲ ਤੇ ਦੁਨੀਆ ਵਿੱਚ ਹੋਣ ਲੱਗ ਪਈ ਵੀ ਇਹ ਧੱਕੋਸੂਰੀ ਕਰਦੀ ਹੈ। ਜਦੋਂ ਵਿਰੋਧ ਵੱਧਦਾ ਗਿਆ, ਇੰਦਰਾ ਗਾਂਧੀ ਦੇ ਲਈ ਮੁਸ਼ਕਲ ਖੜੀ ਹੁੰਦੀ ਗਈ। ਦੂਸਰਾ, ਉਦੋਂ ਹਾਲਾਤ ਕੁਝ ਐਸੇ ਸਨ, ਰਾਜਸੀ ਤੌਰ ਤੇ ਕਾਂਗਰਸ ਦੀ ਇੰਦਰਾ ਗਾਂਧੀ ਦੀ ਜਿਹੜੀ ਕੁਰਸੀ ਸੀ ਉਹ ਡੋਲ ਰਹੀ ਸੀ। ਅਗਲੀਆਂ ਇਲੈਕਸ਼ਨਾਂ 1984 ਵਿੱਚ ਆ ਰਹੀਆਂ ਸਨ ਤਾਂ ਉਹਨਾਂ ਨੂੰ ਜਿੱਤਣਾ ਵੀ ਇਹਦੇ ਲਈ ਬੜਾ ਮੁਸ਼ਕਿਲ ਹੋ ਗਿਆ ਸੀ। ਸੋ ਆਪਣੇ ਥਿੰਕ ਟੈਂਕ ਦੇ ਨਾਲ ਬੈਠ ਕੇ ਇਹਨੇ ਵਿਚਾਰ ਘੜੀ ਹੈ। ਇੱਕ ਦੇ ਸਿੱਖ ਜਗਤ ਨੇ ਨੱਕ ਵਿੱਚ ਦਮ ਕੀਤਾ ਹੋਇਆ ਹੈ, ਦੂਸਰਾ ਇਲੈਕਸ਼ਨ ਸਿਰ ਤੇ ਆ ਰਹੀ ਹੈ, ਵਿਪਕਸ਼ ਖਿਲਾਫਤ ਬੜੀ ਕਰ ਰਿਹਾ ਹੈ, ਮੇਰੀ ਇਮੇਜ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਹਿਊਮਨ ਰਾਈਟਸ ਦੇ ਪਹਿਰੇਦਾਰ ਵੀ ਮੇਰੀ ਖਿਲਾਫਤ ਕਰਨ ਲੱਗ ਪਏ ਨੇ। ਕੋਈ ਹੱਲ ਕੱਢਿਆ ਜਾਵੇ, ਇੱਕ ਤੀਰ ਦੇ ਨਾਲ ਕਈ ਸ਼ਿਕਾਰ ਹੋ ਜਾਣ, ਕੁਰਸੀ ਵੀ ਮਿਲ ਜਾਵੇ,
ਗਲੋਬਲ ਲੈਵਲ ਤੇ ਬੱਲੇ ਬੱਲੇ ਵੀ ਹੋ ਜਾਵੇ। ਸੋ ਇਹਦੇ ਥਿੰਕ ਟੈਂਕ ਨੇ, ਭਾਰਤੀ ਏਜੰਸੀਜ਼ ਨੇ ਇਹ ਵਿਚਾਰ ਕੀਤੀ ਹੈ ਵੀ ਇਹਦਾ ਹੱਲ ਤੇ ਫਿਰ ਇਹ ਹੈ, ਆਨੰਦਪੁਰ ਸਾਹਿਬ ਦੇ ਮਤੇ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਵੱਖਵਾਦੀ, ਅੱਤਵਾਦੀ ਦਰਸਾ ਦਿੱਤਾ ਜਾਵੇ। ਭਾਰਤ ਵਰਸ਼ ਵਿੱਚ ਬਹੁਤੀ ਵੋਟ ਹਿੰਦੂ ਵੀਰਾਂ ਦੀ ਹੈ, ਤੋਂ ਉਹਨਾਂ ਦੇ ਜ਼ਿਹਨ ਵਿੱਚ ਇਹ ਬਿਠਾ ਦਿੱਤਾ ਜਾਵੇ ਵੀ ਸੰਤ ਜਰਨੈਲ ਸਿੰਘ ਅੱਤਵਾਦੀ ਨੇ, ਜੋ ਦੇਸ਼ ਨੂੰ ਲੀਰੋ ਲੀਰ ਕਰਨਾ ਚਾਹੁੰਦੇ ਨੇ, ਦੇਸ਼ ਨੂੰ ਚੀਰਨਾ ਚਾਹੁੰਦੇ ਨੇ। ਔਰ ਆਨੰਦਪੁਰ ਦਾ ਮਤਾ ਐਸਾ ਹੈ ਜਿਹੜਾ ਹਿੰਦੂਆਂ ਦਾ ਖੁਰਾ ਖੋਜ ਮਿਟਾ ਦੇਵੇਗਾ। ਤੋ ਕੀ ਆਂਦੇ ਹੁੰਦੇ ਵੀ 100 ਵਾਰ ਕੁਫਰ ਤੋਲੋ, ਝੂਠ ਬੋਲੋ ਤੇ ਲੋਕਾਂ ਨੂੰ ਸੱਚ ਜਾਪਣ ਲੱਗ ਪੈਂਦਾ ਹੈ। ਸੰਤ ਜਰਨੈਲ ਸਿੰਘ ਹੁਣਾਂ ਨੂੰ, ਸਿੱਖ ਆਗੂਆਂ ਨੂੰ, ਸੰਸਥਾਵਾਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਨੰਦਪੁਰ ਸਾਹਿਬ ਦੇ ਮਤੇ ਨੂੰ ਡਿਫੇਮ ਕਰਨਾ ਆਰੰਭ ਕੀਤਾ ਹੈ ਮੀਡੀਏ ਰਾਹੀਂ ਇੰਦਰਾ ਗਾਂਧੀ ਨੇ। ਔਰ ਜਦੋਂ ਵਾਰ-ਵਾਰ ਮੀਡੀਆ ਉਹੀ ਬਿਆਨਬਾਜ਼ੀ ਕਰੀ ਗਿਆ ਤੇ ਸਾਡੇ ਭਾਰਤ ਵਰਸ਼ ਦੇ ਲੋਕਾਂ ਦੇ ਜ਼ਿਹਨ ਵਿੱਚ ਇਹ ਟਿਕ ਗਿਆ ਵੀ ਵਾਕਿਆ ਹੀ ਸੰਤ ਜਰਨੈਲ ਸਿੰਘ ਅੱਤਵਾਦੀ ਨੇ, ਵੱਖਵਾਦੀ ਨੇ। ਆਨੰਦਪੁਰ ਦਾ ਮਤਾ ਦੇਸ਼ ਨੂੰ ਪਾੜਨ ਦੀ ਗੱਲ ਕਰਦਾ ਹੈ, ਹਿੰਦੂਆਂ ਲਈ ਮੁਸ਼ਕਲ ਖੜੀ ਹੋ ਜਾਵੇਗੀ। ਸੋ ਜਦੋਂ ਲੋਕਾਂ ਦੇ ਮਨ ਵਿੱਚ ਇਹ ਬੈਠ ਗਿਆ, ਜੋ ਇੰਦਰਾ ਗਾਂਧੀ ਚਾਹੁੰਦੀ ਸੀ ਉਸੇ ਪਲੈਨਿੰਗ ਦੇ ਅਨੁਸਾਰ ਸਾਰਾ ਕੁਝ ਚੱਲਦਾ ਗਿਆ। ਖੈਰ, ਸਿੱਖ ਆਪਣਾ ਸੰਘਰਸ਼ ਕਰਦੇ ਜਾ ਰਹੇ ਸਨ। ਬੜੀ ਕੌਮ ਬਾਹੂਬਲ ਦੇ ਨਾਲ ਆਪਣੇ ਸੰਘਰਸ਼ ਦੇ ਵਿੱਚ ਰੁੱਝੀ ਹੋਈ ਸੀ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਬੜੇ ਬੜੇ ਵਿਦਵਾਨਾਂ ਨੂੰ ਪੜ੍ਹਦੇ ਹਾਂ, ਕਈ ਕਹਿ ਦਿੰਦੇ ਨੇ ਜੇ ਸੰਤ ਜਰਨੈਲ ਸਿੰਘ ਹੋਣੀ ਸਿੱਖ ਜੁਝਾਰੂ ਹਥਿਆਰ ਲੈ ਕੇ ਅਕਾਲ ਤਖਤ ਸਾਹਿਬ ਨਾ ਬੈਠੇ ਹੁੰਦੇ, ਸ਼ਾਇਦ ਇਹ ਤੀਸਰਾ ਘੱਲੂਘਾਰਾ ਟਲ ਜਾਂਦਾ, ਸ਼ਾਇਦ ਇਹ ਹਮਲਾ ਨਾ ਹੁੰਦਾ। ਸਾਨੂੰ ਇਸ ਗੱਲ ਦੀ ਰੰਚਕ ਮਾਤਰ ਵੀ ਸਮਝ ਨਹੀਂ ਹੈ। ਇਹ ਹਮਲਾ ਟਲਣਾ ਨਹੀਂ ਸੀ। ਅਸਲ ਦੇ ਵਿੱਚ ਜਿੰਨੇ ਵੀ ਜਾਨ ਤਲੀ ਤੇ ਰੱਖ ਕੇ ਸ਼ਸਤਰ ਲੈ ਕੇ ਅਕਾਲ ਤਖਤ ਸਾਹਿਬ ਸਾਡੇ ਗੁਰਮੁਖ ਪਿਆਰੇ ਸਿੰਘ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਰਹਿੰਦੇ ਸਨ, ਇਹ ਸ਼੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੀ ਹਿਫਾਜ਼ਤ ਲਈ ਹਥਿਆਰ ਲੈ ਕੇ ਬੈਠੇ ਸਨ, ਨਾ ਕਿ ਇਹਨਾਂ ਕਰਕੇ ਭਾਰਤ ਦੀ ਹਕੂਮਤ ਨੇ ਹਮਲਾ ਕੀਤਾ ਸੀ। ਮੈਂ ਤੁਹਾਡੇ ਨਾਲ ਬੜੇ ਬੜੇ ਵਿਦਵਾਨ ਲੋਕਾਂ ਦੀਆਂ ਲਿਖਤਾਂ ਸਾਂਝੀਆਂ ਕਰਾਂਗਾ, ਕੋਈ ਭਾਵਨਾ ਵਿੱਚ ਨਹੀਂ ਮੈਂ ਕਹਿ ਰਿਹਾ। ਸੋ ਵੇਖੋ, ਜਦੋਂ ਘਰ ਤੇ ਹਮਲਾ ਹੁੰਦਾ ਹੈ ਨਾ, ਫਿਰ ਆਪਾਂ ਸੈਲਫ ਡਿਫੈਂਸ ਲਈ ਹਥਿਆਰ ਉਠਾ ਲੈਂਦੇ ਆ। ਹੁਣ ਹਾਲਾਤ ਐਸੇ ਬਣਦੇ ਜਾ ਰਹੇ ਸਨ, ਮੰਜੀ ਸਾਹਿਬ ਤੋਂ ਅਕਾਲ ਤਖਤ ਤੋਂ ਜਥੇ ਚੱਲ ਕੇ ਜਾ ਰਹੇ ਸਨ, ਜੇਲਾਂ ਭਰ ਰਹੀਆਂ ਸਨ, ਲੋਕਾਈ ਜਿਹੜੀ ਸੀ ਸਿੱਖਾਂ ਦੇ ਹੱਕ ਵਿੱਚ ਖਲੋ ਰਹੀ ਸੀ। ਤੋ ਦੂਸਰੀ ਤਰਫ ਇੰਦਰਾ ਗਾਂਧੀ ਮੀਡੀਏ ਦੇ ਰਾਹੀਂ ਕੁਫਰ ਤੋਲ ਰਹੀ ਸੀ ਦੁਨੀਆ ਦੇ ਅੰਦਰ। ਹੁਣ ਉਹਦੇ ਜ਼ਿਹਨ ਦੇ ਵਿੱਚ ਇਹ ਵਿਚਾਰ ਸੀ ਵੀ ਇਹ ਭਾਰਤ ਵਰਸ਼ ਦੇ ਲੋਕਾਂ ਦੇ ਸਾਵੇਂ ਸੰਤ ਜਰਨੈਲ ਸਿੰਘ ਅੱਤਵਾਦੀ, ਵੱਖਵਾਦੀ ਸਾਬਤ ਹੋ ਚੁੱਕੇ ਨੇ। ਇਹਨਾਂ ਦੇ ਹੁਣ ਹਮਲਾ ਕਰਕੇ ਇਹਨਾਂ ਦਾ ਖੁਰਾ ਖੋਜ ਮਿਟਾਵਾਂ, ਇਹਨਾਂ ਦੀ ਨਸਲ ਕੁਸ਼ੀ ਕਰਾਂ, 3 ਪੀੜ੍ਹੀਆਂ ਸਿੱਖਾਂ ਦੀਆਂ ਬਜ਼ੁਰਗ ਜਵਾਨ ਬੱਚੇ ਮਾਰ ਮੁਕਾਵਾਂ, ਔਰ ਭਾਰਤ ਵਰਸ਼ ਦੀ ਬਹੁਤਾਤ ਗਿਣਤੀ ਜੋ ਹਿੰਦੂਆਂ ਦੀ ਹੈ ਉਹਦੇ ਸਾਵੇਂ ਇਹ ਗਾਥਾ ਪ੍ਰਚਲਿਤ ਹੋ ਜਾਵੇ ਵੀ ਬੀਬੀ ਇੰਦਰਾ ਗਾਂਧੀ ਤੇ ਦੇਵੀ ਦੁਰਗਾ ਹੈ, ਜਿਨੇ ਦੇਸ਼ ਨੂੰ ਚੀਰਨ ਵਾਲੇ ਰਾਖਸ਼ਾਂ ਦਾ ਵੱਧ ਕੀਤਾ ਹੈ। ਜਦੋਂ ਤੁਸੀਂ ਵਿਦਵਾਨ ਜਨਾਂ ਨੂੰ ਪੜ੍ਹਦੇ ਹੋ, ਆਗੂਆਂ ਨੂੰ ਪੜ੍ਹਦੇ ਹੋ ਨਾ, ਤੋ ਤੁਹਾਨੂੰ ਇਹ ਸਮਝ ਪਵੇਗੀ, ਇੱਕ ਬੜੇ ਵੱਡੇ ਆਫੀਸਰ ਸਨ SK ਸਿਨਹਾ, ਆਰਮੀ ਦੇ ਚੀਫ ਨੇ,
ਇੰਦਰਾ ਗਾਂਧੀ ਨੇ ਇਹਨਾਂ ਨੂੰ ਹੁਕਮ ਕੀਤਾ ਸੀ ਵੀ ਤੁਸੀਂ ਇਹ ਕਾਰਵਾਈ ਨੂੰ ਅੰਜਾਮ ਦੇਣਾ ਹੈ, ਹਰਮੰਦਰ ਸਾਹਿਬ ਤੇ ਅਟੈਕ ਕਰਨਾ ਹੈ। ਜਿਹੜੇ ਕਹਿ ਦਿੰਦੇ ਨਾ ਵੀ ਸੰਤ ਹਥਿਆਰ ਲੈ ਕੇ ਨਾ ਬੈਠਦੇ ਤੇ ਹਮਲਾ ਨਾ ਹੁੰਦਾ, ਕਦੇ ਧਿਆਨ ਨਾਲ ਇਤਿਹਾਸ ਵਾਚਿਓ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਆਗੂਆਂ ਦੇ ਸਮੇਤ ਪੱਕੇ ਤੌਰ ਤੇ 83 ਦੇ ਅਖੀਰ ਵਿੱਚ ਔਰ 1984 ਦੇ ਸ਼ੁਰੂ ਵਿੱਚ ਇੱਥੇ ਟਿਕਦੇ ਨੇ ਅਕਾਲ ਤਖਤ ਸਾਹਿਬ। ਅਗਸਤ 1982 ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ ਹੈ। ਉਹਦੇ ਤੋਂ 2-3 ਮਹੀਨੇ ਬਾਅਦ ਹੀ ਚਕਰਾਤਾ ਦੇ ਵਿੱਚ ਤੇ ਸਰਸਵਾ ਦੇ ਵਿੱਚ ਹਰਮੰਦਰ ਸਾਹਿਬ ਦਾ ਇੱਕ ਮਾਡਲ ਤਿਆਰ ਕਰਕੇ BSF ਨੂੰ, ਆਰਮੀ ਨੂੰ, 에ਅਰ ਫੋਰਸ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜੂਨ 1984 ਤੋਂ 18 ਮਹੀਨੇ ਪਹਿਲਾਂ ਹੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਕੋਈ ਇਹ ਸ਼ਸਤਰਾਂ ਦਾ ਮਸਲਾ ਨਹੀਂ ਸੀ, ਹਥਿਆਰਾਂ ਦਾ ਮਸਲਾ ਨਹੀਂ ਸੀ, ਤੁਹਾਡੀ ਨਸਲਕੁਸ਼ੀ ਕਰਨੀ ਸੀ। ਸਿੱਖ ਆਗੂ ਸੰਤ ਜਰਨੈਲ ਸਿੰਘ ਵਰਗੇ ਇਸ ਨਸਲਕੁਸ਼ੀ ਦੇ ਅਤੇ ਇੰਦਰਾ ਗਾਂਧੀ ਦੇ ਦਰਮਿਆਨ ਹਥਿਆਰ ਲੈ ਕੇ ਦੀਵਾਰ ਬਣ ਕੇ ਖਲੋਣ ਲਈ ਉਤਾਵਲੇ ਸਨ। ਤੁਹਾਨੂੰ ਲੱਗਦਾ ਹੈ ਵੀ ਸ਼ਾਇਦ ਹਥਿਆਰਾਂ ਕਰਕੇ ਹਮਲਾ ਹੋਇਆ, ਨਹੀਂ। ਅਹਿਮਦ ਸ਼ਾਹ ਅਬਦਾਲੀ ਦੇ ਨਕਸ਼ੇ ਕਦਮਾਂ ਤੇ ਬੀਬੀ ਇੰਦਰਾ ਗਾਂਧੀ ਚੱਲ ਰਹੀ ਸੀ। ਜਦੋਂ ਤੁਸੀਂ ਜਰਨਲ ਸਿਨਹਾ ਨੂੰ ਪੜ੍ਹੋਗੇ ਨਾ, ਉਹ ਇੱਕ ਗੱਲ ਕਰਦੇ ਨੇ, ਉਹ ਕਹਿੰਦੇ ਦੇਖੋ ਅਸਲ ਦੇ ਵਿੱਚ ਬੀਬੀ ਇੰਦਰਾ ਨੇ ਆਪਣੀ ਈਗੋ ਦੇ ਸਹਿ ਤੇ ਤਿਆਰੀ ਕਰ ਲਈ ਸੀ ਵੀ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੈ। ਜਿਹੜੇ ਵਾਰ-ਵਾਰ ਇਹ ਆਪਣੀਆਂ ਹੱਕੀ ਮੰਗਾਂ ਲਈ ਸਿਰ ਉਠਾਉਂਦੇ ਨੇ, ਇਹਨਾਂ ਨੂੰ ਮੈਂ ਦੁਨੀਆ ਤੇ ਰਹਿਣ ਨਹੀਂ ਦੇਣਾ, ਇਹਨਾਂ ਦਾ ਮੈਂ ਖਾਤਮਾ ਕਰ ਦੇਣਾ ਹੈ। ਤੋ ਉਹ ਜਰਨਲ ਸਿਨਹਾ ਇੰਗਲਿਸ਼ ਦੇ ਵਿੱਚ ਕਹਿੰਦਾ ਹੈ, ਉਹ ਕਹਿੰਦਾ ਹੈ ਵੀ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਸਿੱਖ ਗੁੰਮਰਾਹ ਕਿਉਂ ਹੋ ਜਾਂਦੇ ਨੇ। ਕਹਿੰਦਾ ਅਸਲ ਦੇ ਵਿੱਚ ਸੰਤ ਅਕਾਲ ਤਖਤ ਸਾਹਿਬ ਦੀ ਹਿਫਾਜ਼ਤ ਦੇ ਲਈ ਬੈਠੇ ਹੋਏ ਸਨ। ਬੀਬੀ ਇੰਦਰਾ ਗਾਂਧੀ ਅਕਾਲ ਤਖਤ ਸਾਹਿਬ ਨੂੰ ਢਾਉਣ ਲਈ ਉਤਾਵਲੀ ਹੋਈ ਬੈਠੀ ਸੀ। ਉਹ ਕਹਿੰਦਾ ਮੈਂ ਇੱਕ ਗੱਲ ਸਾਰਿਆਂ ਦੇ ਨਾਲ ਸਾਂਝੀ ਕਰਦਾ ਹਾਂ ਵੀ ਜਦੋਂ ਇੰਦਰਾ ਗਾਂਧੀ ਨੇ ਮੈਨੂੰ ਆਖਿਆ ਵੀ ਤੁਸੀਂ ਆਰਮੀ ਲੈ ਕੇ ਹਮਲਾ ਕਰਨਾ ਹੈ, ਤਾਂ ਮੈਂ ਇੰਦਰਾ ਗਾਂਧੀ ਨੂੰ ਜਵਾਬ ਦੇ ਦਿੱਤਾ ਸੀ ਔਰ ਮੈਂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ ਵੀ ਮੈਂ ਇਹ ਪਾਪ ਨਹੀਂ ਕਮਾ ਸਕਦਾ, ਮੈਂ ਹਰਮੰਦਰ ਸਾਹਿਬ ਤੇ ਹਮਲਾ ਨਹੀਂ ਕਰ ਸਕਦਾ। 1983 ਵਿੱਚ ਹੀ ਰਿਟਾਇਰਮੈਂਟ ਲੈ ਲੈਂਦਾ ਹੈ। ਤਾਂ ਮੈਂ ਤਰਕ ਕਰਨ ਵਾਲਿਆਂ ਨੂੰ ਪੁੱਛਦਾ ਹਾਂ, ਜਨਰਲ ਸਿਨਹਾ ਕਹਿ ਰਹੇ ਨੇ ਇਟ ਵਾਸ ਨੈਵਰ ਅ ਲਾਸਟ ਆਪਸ਼ਨ ਬਟ ਕਲੀਅਰ ਈਗੋ ਆਫ ਇੰਦਰਾ ਗਾਂਧੀ। ਉਹ ਆਰਮੀ ਚੀਫ ਕਹਿੰਦਾ ਹੈ ਹੰਕਾਰ ਸੀ ਇੰਦਰਾ ਗਾਂਧੀ ਦਾ, ਇਹ ਅਖੀਰਲੀ ਆਪਸ਼ਨ ਨਹੀਂ ਸੀ, ਇਹ ਅਖੀਰਲਾ ਹਥਿਆਰ ਨਹੀਂ ਸੀ ਹਮਲਾ ਕਰਨਾ। ਹਰੇ ਮੌਕੇ ਸਨ, ਬਿਜਲੀ ਕੱਟ ਦਿੱਤੀ ਜਾਂਦੀ ਹਰਮੰਦਰ ਸਾਹਿਬ ਕੰਪਲੈਕਸ ਦੀ, ਪਾਣੀ ਦੀ ਸਪਲਾਈ ਕੱਟ ਦਿੱਤੀ ਜਾਂਦੀ, ਸੀਜ਼ ਕਰ ਦਿੱਤਾ ਜਾਂਦਾ, ਗੋਲੀਆਂ ਟੈਂਕਾਂ ਦੇ ਗੋਲੇ ਨਾ ਚਲਾਏ ਜਾਂਦੇ ਤੇ ਕਿੰਨਾ ਸਮਾਂ ਸਿੰਘ ਅੰਦਰ ਰਹਿੰਦੇ। ਉਹ ਕਹਿੰਦਾ ਮੈਂ ਇਸ ਲਈ ਕਹਿ ਰਿਹਾ ਹਾਂ ਬਿਕੋਜ਼ ਸੰਤ ਭਿੰਡਰਾਂ ਵਾਲੇ ਐਂਡ ਹਿਜ਼ ਐਸੋਸੀਏਟਸ ਹਿਜ਼ ਸਪੋਰਟਰਸ ਵਰ ਔਨ ਡਿਫੈਂਸਿਵ ਮੋਡ, ਦੇ ਵਰ ਨੋਟ ਅਟੈਕਿੰਗ। ਉਹ ਹਮਲਾ ਨਹੀਂ ਸੀ ਕਰ ਰਹੇ, ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀ ਉਹ ਡਿਫੈਂਸਿਵ ਮੋਡ ਤੇ ਸੀ ਵੀ ਜੇ ਹਮਲਾ ਹੋਵੇਗਾ ਹਰਮੰਦਰ ਸਾਹਿਬ ਅਕਾਲ ਤਖਤ ਤੇ ਅਸੀਂ ਹਥਿਆਰ ਫਿਰ ਉਠਾ ਕੇ ਮੁਕਾਬਲਾ ਕਰਨਾ ਹੈ, ਪਹਿਲ ਨਹੀਂ ਕਰਨੀ। ਨਾਲੇ ਸਾਨੂੰ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਬਲਾਚਾਰਗੀ ਦਰਮਿਆ ਆਮਦਮ ਬਾਤ ਤਦਬੀਰ ਤੀਰੋ ਤੁਫੰਗ ਆਮਦਮ। ਲਾਚਾਰ ਹੋ ਕੇ ਸਿੱਖ ਸ਼ਸਤਰ ਚੁੱਕਦਾ ਹੈ, ਕੋਈ ਲਹੂ ਵਹਾਉਣ ਦਾ ਸ਼ੌਂਕ ਨਹੀਂ ਹੈ ਸਿੱਖਾਂ ਨੂੰ, ਸੈਲਫ ਡਿਫੈਂਸ ਲਈ, ਮਾਨਵਤਾ ਲਈ ਹਥਿਆਰ ਚੁੱਕਦਾ ਹੈ ਸਿੱਖ। ਤਾਂ ਉਹ ਸਿਨਹਾ ਕਹਿੰਦੇ ਨੇ ਇੰਦਰਾ ਗਾਂਧੀ ਹੈਡ ਬੀਨ ਕੰਸੀਡਰਿੰਗ ਦਾ ਆਪਰੇਸ਼ਨ ਫॉर ਮੋਰ ਦੈਨ 18 ਮੰਥਸ, 18 ਮਹੀਨੇ ਤੋਂ ਹੀ ਉਹ ਇਹ ਤਿਆਰੀ ਕਰ ਰਹੀ ਸੀ ਵੀ ਹਮਲਾ ਕਰਨਾ ਹੈ ਔਰ ਤਿਆਰੀ ਹੋ ਵੀ ਚੁੱਕੀ ਸੀ। ਖੈਰ
ਉਹਨੇ ਅੱਗੇ ਹੋਰ ਵੀ ਕਈ ਗੱਲਾਂ ਕਹੀਆਂ ਨੇ। ਕਹਿੰਦਾ ਜਦੋਂ ਸੰਤ ਜਰਨੈਲ ਸਿੰਘ ਹੁਣਾਂ ਨੂੰ ਸੂਹ ਮਿਲ ਗਈ ਵੀ ਅਕਾਲ ਤਖਤ ਤੇ ਹਮਲਾ ਹੋਣਾ ਹੀ ਹੋਣਾ ਹੈ, ਤੋ ਕਹਿੰਦਾ ਫਿਰ ਸੰਤ ਜਰਨੈਲ ਸਿੰਘ ਹੁਣਾਂ ਹਥਿਆਰ ਇਕੱਠੇ ਕੀਤੇ, ਬੜੇ ਬੜੇ ਆਗੂ ਨਾਲ ਸਨ, ਸੰਗਤਾਂ ਨਾਲ ਸਨ। ਔਰ ਜਦੋਂ ਤੁਹਾਡੇ ਘਰ ਤੇ ਕੋਈ ਹਮਲਾ ਕਰਦਾ ਹੈ ਤੇ ਫਿਰ ਤੁਸੀਂ ਚੂੜੀਆਂ ਪਾ ਕੇ ਨਹੀਂ ਬਹਿੰਦੇ, ਤੁਸੀਂ ਜਵਾਬੀ ਕਾਰਵਾਈ ਕਰਦੇ ਹੋ, ਤੁਸੀਂ ਹਥਿਆਰ ਉਠਾ ਕੇ ਮੁਕਾਬਲਾ ਕਰਦੇ ਹੋ। ਉਹ ਕਹਿੰਦਾ ਇਹੀ ਰੀਜ਼ਨ ਹੈ ਇਸ ਜੰਗ ਦਾ। It is his sacred duty to smash the enemy's teeth and sacrifice his life while fighting। ਧਰਮੀ ਬੰਦੇ ਦਾ ਇਹ ਸੁਭਾਅ ਹੈ, ਦੁਸ਼ਮਣਾਂ ਦੇ ਦੰਦ ਭੰਨ ਕੇ ਸੁੱਟ ਦਵੇ ਜੇ ਉਹ ਹਮਲਾ ਕਰਨ। ਮੈਂ ਤਾਂ ਹਿੰਦੂ ਵੀਰਾਂ ਨੂੰ ਵੀ ਕਹਿਣਾ, ਤੁਹਾਡੇ ਕੋਈ ਅਮਰਨਾਥ ਮੰਦਿਰ ਤੇ ਹਮਲਾ ਕਰੇ ਤੇ ਤੁਸੀਂ ਸਰੋਪੇ ਪਾਓਗੇ ਕਿ ਅੱਗੋਂ ਗੋਲੀਆਂ ਚਲਾਓਗੇ? ਕੋਈ ਮੁਸਲਮਾਨਾਂ ਦੀ ਮਸਜਿਦ ਨੂੰ ਢਹਿ ਢੇਰੀ ਕਰਨ ਦੇ ਲਈ ਆ ਜਾਵੇ, ਕੀ ਉਹਦੇ ਗਲ ਵਿੱਚ ਬਾਹਾਂ ਪਾਉਣਗੇ? ਨਹੀਂ। ਜਦੋਂ ਧਰਮ ਦੀ ਬਾਤ ਆਉਂਦੀ ਹੈ ਫਿਰ ਨਹੀਂ ਵੇਖਿਆ ਜਾਂਦਾ ਵੀ ਦੇਸ਼ ਖਿਲਾਫਤ ਕਰ ਰਿਹਾ ਹੈ, ਇਹ ਕੋਈ ਆਤੰਕਵਾਦੀ ਖਿਲਾਫਤ ਕਰ ਰਹੇ ਨੇ ਜਾਂ ਦੇਸ਼ ਦੀ ਆਰਮੀ ਹੈ। ਫਿਰ ਆਪਣੇ ਧਰਮ ਸਥਾਨਾਂ ਦੀ ਖਾਤਰ ਸਿਰ ਦੇਣੇ ਪੈਂਦੇ ਨੇ। ਜਰਨਲ ਸਿਨਾ ਕਹਿੰਦਾ ਹੈ, ਫॉर द सेम रीजन hundreds of men, women, children who had come to visit this golden temple, they sacrificed their lives। ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਬਜ਼ੁਰਗ, ਬੀਬੀਆਂ, ਬੱਚਿਆਂ ਵੀ ਆਪਾ ਵਾਰ ਦਿੱਤਾ। ਜਿਨ੍ਹਾਂ ਸੂਰਿਆਂ ਸ਼ਸਤਰ ਚੁੱਕੇ ਉਹਨਾਂ ਤੇ ਸਿਰ ਵਾਰਨਾ ਹੀ ਸੀ। ਇਹ ਸਿੱਖੀ ਦਾ ਸਿਧਾਂਤ ਰਿਹਾ ਹੈ। ਜਿਹੜੇ ਕਹਿੰਦੇ ਨੇ ਇਕੱਲਾ ਸੰਤ ਜਰਨੈਲ ਸਿੰਘ ਨੂੰ ਹੀ ਪਕੜਨਾ ਸੀ, ਤਾਂ ਉਹਨਾਂ ਨੂੰ ਮੈਂ ਪੁੱਛਦਾ, ਬੀਬੀ ਇੰਦਰਾ ਗਾਂਧੀ ਦੇ ਹੁਕਮ ਵਿੱਚ 1.5 ਲੱਖ ਦਾ ਘੇਰਾ, ਟੈਂਕਾਂ, ਤੋਪਾਂ, ਹੈਲੀਕਾਪਟਰਾਂ ਦੇ ਸਹਿਤ ਇੰਡੀਅਨ ਆਰਮੀ ਆ ਕੇ ਅੰਮ੍ਰਿਤਸਰ ਨੂੰ ਪਾ ਲੈਂਦੀ ਹੈ। ਦੁਨੀਆ ਵਿੱਚ ਤੀਜੇ ਚੌਥੇ ਨੰਬਰ ਦੇ ਇਸ ਦਰਜੇ ਦੀ ਇਹ ਤਾਕਤਵਰ ਆਰਮੀ ਹੈ। ਜਦੋਂ ਘੇਰਾ ਪੈ ਜਾਂਦਾ ਹੈ, ਕਰਫਿਊ ਲੱਗਦੇ ਨੇ, ਪਰ ਬਾਅਦ ਵਿੱਚ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਸੰਗਤਾਂ ਨੂੰ ਹਰਮੰਦਰ ਸਾਹਿਬ ਕੰਪਲੈਕਸ ਆਉਣ ਦਿੱਤਾ ਗਿਆ। ਜੇ ਸੰਤਾਂ ਨੂੰ ਹੀ ਗ੍ਰਿਫਤਾਰ ਕਰਨਾ ਹੈ ਜਾਂ ਕੁਝ ਅਕਾਲੀ ਲੀਡਰਸ ਦਾ ਹੀ ਖੁਰਾ ਖੋਜ ਮਿਟਾਉਣਾ ਹੈ, ਤੇ ਫਿਰ ਤੁਸੀਂ 1 ਜੂਨ ਤੋਂ ਪਹਿਲਾਂ ਹਮਲਾ ਕਰੋ ਜਾਂ 6 ਜੂਨ ਤੋਂ ਬਾਅਦ ਹਮਲਾ ਕਰੋ। ਕਿਉਂ ਲੱਖਾਂ ਸ਼ਰਧਾਲੂ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇਕੱਠੇ ਹੋਣ ਦਿੱਤੇ? 1 ਜੂਨ ਨੂੰ ਰਫਲਾਂ ਦੇ ਮੂੰਹ ਖੋਲੇ ਗਏ, 5-6 ਘੰਟੇ ਗੋਲੀ ਚੱਲੀ। ਭਾਈ ਮਹਿੰਗਾ ਸਿੰਘ ਅਖੰਡ ਕੀਰਤਨੀ ਜਥੇ ਦੇ ਬੱਬਰ ਸਿੰਘ ਸ਼ਹੀਦ ਹੋਏ। 2 ਤੇ 3 ਤਰੀਕ ਨੂੰ ਕਰਫਿਊ ਲੱਗਾ ਰਿਹਾ। 4 ਜੂਨ ਨੂੰ ਸੁਬਾਹ ਤੋਪਾਂ ਗੋਲੇ ਬਰਸਾਉਣ ਲੱਗੀਆਂ, ਗੋਲੀਆਂ ਦੀ ਵਰਖਾ ਹੋਣ ਲੱਗੀ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਰਨਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਹੋਰ ਸੂਰਬੀਰ ਸਿੰਘ, ਕਾਰ ਸੇਵਾ ਵਾਲੇ ਸਿੰਘ, ਨਿਹੰਗ ਸਿੰਘ, ਅਖੰਡ ਕੀਰਤਨੀ ਜਥੇ ਵਾਲੇ ਸਿੰਘ, ਸਾਰਿਆਂ ਨੇ ਸ਼ਸਤਰ ਉਠਾ ਲਏ, ਅਰਦਾਸੇ ਸੋਧੇ। ਸੰਤ ਬਾਬਾ ਜਰਨੈਲ ਸਿੰਘ ਨੇ ਨਾ ਸਾਰਿਆਂ ਸਿੰਘਾਂ ਨੂੰ ਬੇਨਤੀ ਕੀਤੀ, ਸਮਾਂ ਆ ਗਿਆ ਹੈ, ਸ਼ਹੀਦੀਆਂ ਦਾ ਕੁੰਭ ਲੱਗਣ ਲੱਗਾ ਹੈ। ਕਰਮਾਂ ਵਾਲਿਆਂ ਨੂੰ ਸ਼ਹੀਦੀ ਪ੍ਰਾਪਤ ਹੁੰਦੀ ਹੈ। ਸੋ ਉਹਨਾਂ ਮਹਾਂਪੁਰਸ਼ਾਂ ਨੇ ਐਲਾਨ ਕੀਤਾ, ਕਹਿੰਦੇ ਠੀਕ ਹੈ, ਸਾਡੇ ਕੋਲ ਫੌਜ ਥੋੜੀ ਹੈ, ਦੁਸ਼ਮਣਾਂ ਕੋਲ ਫੌਜ ਬਹੁਤੀ ਹੈ, ਪਰ ਸਾਡੇ ਬਾਪੂ ਕਲਗੀਧਰ ਦੇ ਬੋਲ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸੋ ਅਰਸ਼। ਗੁਰੂ ਕਹਿੰਦੇ ਨੇ, ਔਰੰਗਜ਼ੇਬ ਮੇਰੇ ਕੋਲ ਫੌਜਾਂ ਨਹੀਂ, ਮੇਰੇ ਕੋਲ ਚੰਗੇ ਹਥਿਆਰ ਘੋੜੇ ਨਹੀਂ, ਪਰ ਮੇਰੇ ਵੱਲ ਖੁਦਾਇਆ ਏ। ਤੈਨੂੰ ਫੌਜਾਂ ਤੇ ਗਰੂਰ ਹੈ, ਮੈਨੂੰ ਰੱਬ ਤੇ ਗਰੂਰ ਹੈ, ਮੇਰੀ ਰੱਬ ਪਿੱਠ ਨਹੀਂ ਲੱਗਣ ਦਵੇਗਾ। 14 ਜੰਗਾਂ ਦਰਮਿਆਨ ਗੁਰੂ ਗੋਬਿੰਦ ਸਿੰਘ ਦਾ ਮੁਗਲਿਆ ਸਲਤਨਤ 22 ਧਾਰ ਦੇ ਰਾਜੇ ਵਾਲ ਵਿੰਗਾ ਨਹੀਂ ਕਰ ਸਕੇ। ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਸਿੰਘ ਅਮਰ ਹੁੰਦੇ ਨੇ। ਹਰ ਦਾ ਜੰਗ ਉਹ ਹੈ ਜਿਹੜਾ ਝੁਕ ਜਾਵੇ, ਜਿਹਦਾ ਸਿਰ ਕੱਟਿਆ ਜਾਂਦਾ ਉਹ ਤੇ ਅਮਰ ਹੋ ਜਾਂਦਾ ਹੈ। ਆਪਾਂ ਸਿਰ ਵਾਰਨੇ ਨੇ ਗੁਰੂ ਦੇ ਆਸ਼ੇ ਤੇ ਚੱਲ ਕਰਕੇ। ਦੁਨੀਆ ਦਿਹਾੜੇ ਮਨਾਇਆ ਕਰੇਗੀ।
ਜਰਨਲ ਸ਼ਬੇਗ ਸਿੰਘ ਨੂੰ ਪੱਤਰਕਾਰ ਪੁੱਛਦਾ ਹੈ, ਇੰਡੀਅਨ ਆਰਮੀ ਲਈ ਲੜ ਕੇ ਬੜੀਆਂ ਜੰਗਾਂ ਜਿੱਤੀਆਂ, ਚਾਈਨਾ ਨਾਲ ਲੜੇ, ਪਾਕਿਸਤਾਨ ਦੇ ਨਾਲ ਲੜੇ, ਬੰਗਲਾਦੇਸ਼ ਆਜ਼ਾਦ ਕਰਵਾਇਆ, ਅੱਜ ਉਸੇ ਆਰਮੀ ਦੀ ਖਿਲਾਫਤ ਕਰ ਰਹੇ ਹੋ ਮੇਜਰ ਜਰਨਲ ਹੋ ਕਰਕੇ। तो ਜਰਨਲ ਸ਼ਬੇਗ ਸਿੰਘ ਨੇ ਆਖਿਆ ਸੀ ਮਸਲਾ ਧਰਮ ਦਾ ਹੈ, ਸਭ ਤੋਂ ਪਹਿਲਾਂ ਧਰਮ ਹੈ ਫਿਰ ਦੇਸ਼ ਹੈ। ਜਦੋਂ ਦੇਸ਼ ਤੇ ਆਫਤ ਬਣੀ ਤੇ ਸ਼ਬੇਗ ਸਿੰਘ ਨੇ ਹਥਿਆਰ ਚੁੱਕ ਕੇ ਦੁਸ਼ਮਣਾਂ ਦਾ ਖੁਰਾ ਖੋਜ ਮਿਟਾ ਦਿੱਤਾ। ਅੱਜ ਧਾਰਮਿਕ ਸਥਾਨ ਦੇ ਉੱਪਰ ਦੁਸ਼ਮਣ ਚੜ ਕੇ ਆ ਰਹੇ ਨੇ, ਇਹ ਤੇ ਭਾਰਤ ਵਰਸ਼ ਦੀ ਫੌਜ ਹੈ। ਜੇ ਮੇਰੇ ਪਰਿਵਾਰ ਦਾ ਕੋਈ ਬਲੱਡ ਰਿਲੇਸ਼ਨ ਵਿੱਚੋਂ ਵੀ ਮੈਂਬਰ ਮੇਰੇ ਸਾਹਮਣੇ ਅੱਜ ਹਥਿਆਰ ਲੈ ਕੇ ਅਕਾਲ ਤਖਤ ਦੀ ਬੇਅਦਬੀ ਕਰਨ ਆ ਜਾਵੇ ਤੇ ਉਹਦੇ ਧੜ ਤੇ ਮੈਂ ਸਿਰ ਨਹੀਂ ਰਹਿਣ ਦੇਵਾਂਗਾ। ਕਹਿੰਦੇ ਤੁਸੀਂ 200-250 ਸਿੰਘ ਹੋ ਮੈਦਾਨੇ ਜੰਗ ਵਿੱਚ ਲੜਨ ਵਾਲੇ, ਉਧਰ ਲੱਖਾਂ ਦਾ ਘੇਰਾ ਏ। ਕਹਿੰਦੇ ਮੈਨੂੰ ਸੰਤ ਜਰਨੈਲ ਸਿੰਘ ਦੇ ਬਚਨਾਂ ਤੇ ਭਰੋਸਾ ਹੈ। ਉਹ ਕਹਿੰਦੇ ਸਨ ਜਰਨਲ ਸਾਹਿਬ ਫਿਕਰ ਨਾ ਕਰਿਓ, ਐਸੀ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਦੀ ਕਲਾ ਵਰਤੇਗੀ, ਚੱਲ ਕੇ ਕਦਮਾਂ ਤੇ ਆਵੇਗੀ ਭਾਰਤ ਵਰਸ਼ ਦੀ ਫੌਜ। ਲੋਥਾਂ ਦੇ ਭਰ ਭਰ ਇਥੋਂ ਟਰੱਕ ਤੋਰਾਂਗੇ ਜਿਨ੍ਹਾਂ ਦੀ ਗਿਣਤੀ ਨਾ ਦੁਸ਼ਮਣ ਕਰ ਸਕੇਗਾ। ਇਸੇ ਤਰ੍ਹਾਂ ਹੀ ਜੰਗ ਹੋਣ ਲੱਗਾ ਹੈ। ਔਰ ਇਹ ਨਾ ਸਮਝਿਓ ਕੱਲਾ ਅਕਾਲ ਤਖਤ ਤੇ ਹੀ ਹਮਲਾ ਹੋਇਆ, ਇੱਥੇ ਤੇ ਇੱਕ ਭਿੰਡਰਾਂ ਵਾਲਾ ਬੈਠਾ ਹੈ। ਤਕਰੀਬਨ 40 ਦੇ ਕਰੀਬ ਇਤਿਹਾਸਿਕ ਸਥਾਨਾਂ ਤੇ ਆਰਮੀ ਨੇ ਹਮਲਾ ਕੀਤਾ ਹੈ ਉਸ ਦਿਨ 6 ਜੂਨ ਨੂੰ। ਤੋ ਕੀ ਹਰ ਸਥਾਨ ਤੇ ਭਿੰਡਰਾਂ ਵਾਲਾ ਬੈਠਾ ਹੈ, ਹਰ ਸਥਾਨ ਤੇ ਆਤੰਕਵਾਦੀ ਬੈਠੇ ਨੇ? ਨਹੀਂ, ਅਸਲ ਵਿੱਚ ਆਤੰਕ ਇੰਦਰਾ ਗਾਂਧੀ ਨੇ ਫੈਲਾਇਆ ਸੀ। ਸੰਤ ਜਰਨੈਲ ਸਿੰਘ ਹੁਣਾ ਤੇ ਇਸ ਬੀਬੀ ਨੂੰ ਜੋ ਆਤੰਕ ਫੈਲਾ ਰਹੀ ਸੀ, ਦੰਦ ਖੱਟੇ ਕਰਨ ਲਈ ਸਾਵਾਂ ਜਵਾਬ ਦਿੱਤਾ ਹੈ। ਅਗਲੇ ਪਾਸਿਓਂ ਘਮਸਾਨ ਦਾ ਯੁੱਧ 4 ਤਰੀਕ ਨੂੰ ਵੀ ਹੋ ਰਿਹਾ ਹੈ। 4 ਨੂੰ ਦੰਦ ਖੱਟੇ ਹੋਏ ਭਾਰਤੀ ਫੌਜ ਦੇ ਜਿਹੜਾ ਜਰਨਲ ਬਰਾੜ, ਜਰਨਲ ਸੁੰਦਰ 1 ਜੂਨ ਨੂੰ ਬੜੇ ਜੋਸ਼ੋ ਖਰੋਚ ਵਿੱਚ ਸਨ ਵੀ ਸਿੱਖਾਂ ਦਾ ਕੀ ਹੈ। 2-4 ਘੰਟਿਆਂ ਵਿੱਚ ਮਸ਼ਕਾਂ ਬੰਨ ਕੇ ਦਿੱਲੀ ਵੱਲ ਨੂੰ ਲੈ ਤੁਰਾਂਗੇ। ਜਦੋਂ ਆਪਣਾ ਨੁਕਸਾਨ ਹੁੰਦਾ ਤੱਕਿਆ, ਕਹਿੰਦੇ ਰੰਗ ਉੱਡ ਗਏ। ਅਖੀਰ ਇਹਨਾਂ ਨੇ ਦਿੱਲੀ ਵੱਲ ਨੂੰ ਵਾਇਰਲੈਸਾਂ ਕੀਤੀਆਂ ਨੇ, ਫੋਨ ਖੜਕਾਏ ਨੇ। ਇਹ ਸਿੱਖ ਜਿਹੜੇ ਨੇ ਇਹ ਟੈਂਕਾਂ ਤੋਂ ਬਿਨਾ, ਏਅਰ ਫੋਰਸ ਤੋਂ ਬਿਨਾ ਕਾਬੂ ਨਹੀਂ ਆ ਸਕਦੇ। ਸਾਵੀਂ ਜੰਗ ਲੜ ਕੇ ਵੇਖ ਲਿਆ ਹੈ। ਇਹ ਰਵਾਇਤੀ ਹਥਿਆਰਾਂ ਨਾਲ ਹੀ ਸਾਡੀਆਂ ਬੜੀਆਂ ਬੜੀਆਂ ਰਾਈਫਲਾਂ ਦੇ ਤੋਪਾਂ ਦੇ ਮੂੰਹ ਮੋੜ ਚੁੱਕੇ ਨੇ। ਬੀਬੀ ਇੰਦਰਾ ਹੁਣ ਏਅਰ ਫੋਰਸ ਨੂੰ ਹਮਲਾ ਕਰਨਾ ਪਵੇਗਾ, ਹੈਲੀਕਾਪਟਰਾਂ ਦੇ ਰਾਹੀਂ ਕਮਾਂਡੋ ਭੇਜਣੇ ਪੈਣਗੇ। 2200 2200 ਦੇ ਜਥੇ ਕਮਾਂਡੋਸ ਦੇ ਜਦੋਂ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਕਦਮ ਪਾਉਣ ਲੱਗੇ ਨੇ, ਸੂਰਿਆਂ ਨੇ ਐਸੀ ਗੋਲੀਆਂ ਦੀ ਵਰਖਾ ਕੀਤੀ, 5-4 ਮਿੰਟਾਂ ਦੇ ਵਿੱਚ ਹੀ ਲਾਸ਼ਾਂ ਦੇ ਅੰਬਾਰ ਲਾ ਦਿੱਤੇ। ਅਖੀਰ 5 ਜੂਨ ਨੂੰ ਟੈਂਕਾਂ ਦੇ ਮੂੰਹ ਖੋਲੇ ਗਏ ਨੇ। ਜਦੋਂ ਮਰਦਾਂ ਵਾਂਗੂ ਜੰਗ ਨਾ ਲੜੀ ਗਈ ਭਾਰਤੀ ਹਕੂਮਤ ਵੱਲੋਂ, ਤਾਂ ਫਿਰ ਬੁਜ਼ਦਿਲਾਂ ਵਾਂਗੂ ਟੈਂਕਾਂ ਦੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ। ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ। ਜਰਨਲ ਸ਼ਬੇਗ ਸਿੰਘ ਸ਼ਹੀਦ ਹੋ ਗਏ। 6 ਜੂਨ ਦਾ ਦਿਹਾੜਾ ਚੜ੍ਹਿਆ। ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸੰਤ ਆਪਣੇ ਰਵਾਇਤੀ ਹਥਿਆਰ ਉਠਾ ਕਰਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਗਏ। ਭਾਈ ਅਮਰੀਕ ਸਿੰਘ ਵੀ ਨੇ, ਉਹਨਾਂ ਦੇ ਗੋਲੀਆਂ ਲੱਗੀਆਂ, ਫੱਟੜ ਹੋ ਗਏ। ਕੰਧ ਦੇ ਨਾਲ ਢੋਲ ਆਈ ਹੈ। ਜਿੱਧਰੋਂ ਆਪਾਂ ਦੇਗ ਲੈਨੇ ਆ ਨਾ, ਜਦੋਂ ਹਰਮੰਦਰ ਸਾਹਿਬ ਨਤਮਸਤਕ ਹੁੰਨੇ ਆ, ਇਦੋਂ ਫੌਜਾਂ ਭਾਰਤ ਵਰਸ਼ ਦੀਆਂ ਚੜ੍ਹੀਆਂ ਆ ਰਹੀਆਂ ਨੇ। ਆਮੋ ਸਾਹਮਣਾ ਜੰਗ ਹੋ ਰਿਹਾ ਹੈ। ਸੰਤ ਜਰਨੈਲ ਸਿੰਘ ਗੋਲੀਆਂ ਦੀ ਅੱਗੋਂ ਵਰਖਾ ਕਰ ਰਹੇ ਨੇ। ਇੱਕ ਬ੍ਰਿਸ਼ਟ ਆ ਕੇ ਸੰਤਾਂ ਨੂੰ ਲੱਗਦਾ ਹੈ ਭਾਈ ਅਮਰੀਕ ਸਿੰਘ ਦੇ ਗਲੂਏ ਮੁਬਾਰਕ ਚੋਂ ਨਿਕਲਿਆ ਭਾਣਾ ਵਰਤ ਗਿਆ ਹੈ। ਸੰਤਾਂ ਸ਼ਹਾਦਤ ਦੀ ਅਵਧੀ ਮਾਣੀ ਔਰ ਸਾਵੇਂ ਹੋ ਕੇ ਜੰਗ ਲੜੀ। ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ। ਬਾਬਾ ਠਾਰਾ ਸਿੰਘ ਸ਼ਹੀਦ ਹੋ ਗਏ। ਸੈਂਕੜੇ ਸਿੰਘਾਂ ਦੀ ਸ਼ਹੀਦੀ ਹੋਈ ਹੈ।
ਜਿਹੜੇ ਸਿਰ ਤਲੀ ਤੇ ਰੱਖ ਕੇ ਲੜ ਰਹੇ ਸਨ ਉਹਨਾਂ ਤੇ ਸ਼ਹੀਦ ਹੋਣਾ ਹੀ ਸੀ। ਇੱਥੇ ਹੀ ਬਸ ਨਹੀਂ ਕੀਤੀ ਭਾਰਤ ਵਰਸ਼ ਦੀ ਹਕੂਮਤ ਨੇ। ਸੰਤ ਤੇ 6 ਜੂਨ ਨੂੰ ਸੁਬਾਹ ਹੀ ਸ਼ਹੀਦ ਹੋ ਗਏ ਨੇ। ਜੇ ਕੱਲਾ ਤੁਹਾਡਾ ਉਹਨਾਂ ਨਾਲ ਹੀ ਵੈਰ ਹੈ ਤੇ ਹੁਣ ਬਸ ਕਰ ਜਾਓ, ਨਹੀਂ ਹਟੇ। 6 ਜੂਨ ਸ਼ਾਮ ਤਾਈਂ ਇਹ ਮੰਜ਼ਰ ਵਾਪਰਦਾ ਰਿਹਾ ਹੈ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ। ਮਾਈਆਂ ਦੀ ਪੱਤ ਲੁੱਟੀ ਗਈ, ਬਜ਼ੁਰਗ ਮਾਰੇ ਗਏ, 18 20 ਦਿਨ ਦੇ ਬੱਚੇ ਜਿਹੜੇ ਗੁਰੂ ਅਰਜਨ ਸਾਹਿਬ ਦੀ ਕੁਰਬਾਨੀ ਨੂੰ ਸਿਜਦਾ ਕਰਨ, ਸ਼ਹੀਦੀ ਮਨਾਉਣ ਇੱਥੇ ਮਾਵਾਂ ਦੇ ਕੁਛੜ ਚੁੱਕੇ ਹੋਏ ਸਨ, ਆਏ ਹੋਏ ਸਨ। ਕਈ ਐਸੇ ਇਤਿਹਾਸਕਾਰਾਂ ਨੇ ਕਿੱਸੇ ਲਿਖੇ ਨੇ, ਕਹਿੰਦੇ ਕਿਧਰੇ ਇੱਕ ਮਾਈ ਨੇ ਛੋਟਾ ਜਿਹਾ ਬੱਚਾ ਕੁਛੜ ਚੁੱਕਿਆ ਸੀ ਕੁਝ ਦਿਨਾਂ ਦਾ। ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਲਹੂ ਹੀ ਲਹੂ ਹੈ, ਗਾਰ ਬਣੀ ਹੋਈ ਹੈ। ਇੱਕ ਫੌਜੀ ਨੂੰ ਕਹਿੰਦੀ, ਵੀਰਾ ਬੱਚੇ ਨੂੰ ਜਲ ਛਕਾਉਣਾ ਹੈ, ਇਹਦੀਆਂ ਆਂਦਰਾਂ ਸੁੱਕ ਰਹੀਆਂ ਨੇ। ਬੱਚਾ ਫੌਜੀ ਨੇ ਖੋਲਿਆ, ਪਟਕ ਕੇ ਪ੍ਰਕਰਮਾਂ ਦੇ ਪੱਥਰ ਤੇ ਮਾਰਿਆ ਔਰ ਗਲੂਏ ਚੋਂ ਮਾਈ ਨੂੰ ਆਖਣ ਲੱਗਾ ਹਿੰਦੀ ਦੇ ਵਿੱਚ, ਸਰਦਾਰਨੀਏ ਲੈ ਹੁਣ ਬੱਚਾ ਤੇਰਾ ਪਾਣੀ ਕਦੇ ਵੀ ਨਹੀਂ ਮੰਗੇਗਾ, ਤੈਨੂੰ ਤੰਗ ਨਹੀਂ ਕਰੇਗਾ। ਐਸੇ ਜ਼ਾਲਮ ਲੋਕ, ਇਹਨਾਂ ਨੂੰ ਬੰਦਾ ਪੁੱਛੇ ਵੀ 18-20 ਦਿਨ ਦਾ ਬੱਚਾ ਜਿਹਦੀਆਂ ਆਂਦਰਾਂ ਸੁੱਕੀਆਂ ਨੇ ਪਿਆਸ ਦੇ ਨਾਲ, ਉਹਨੂੰ ਜਾਮੇ ਸ਼ਹਾਦਤ ਦਾ ਤੁਸੀਂ ਪਿਆਲਾ ਪਿਆ ਦਿੱਤਾ ਹੈ, ਤੋ ਕੀ ਇਹ ਅੱਤਵਾਦੀ ਸੀ? ਨਹੀਂ। ਮੈਂ ਫਿਰ ਕਹਿ ਦਵਾਂ, ਇਹ ਅਬਦਾਲੀ ਵਾਂਗੂ ਤੁਹਾਡੀ ਨਸਲਕੁਸ਼ੀ ਕਰਨ ਆਏ ਸਨ। ਸੰਤ ਜਰਨੈਲ ਸਿੰਘ ਦਾ ਇੱਥੇ ਮਸਲਾ ਨਹੀਂ ਹੈ। ਤੁਸੀਂ ਵਾਰ-ਵਾਰ ਹੱਕ ਮੰਗਦੇ ਹੋ, ਤੁਸੀਂ ਵਾਰ-ਵਾਰ ਕਹਿੰਦੇ ਹੋ 90% ਦੀ ਕੁਰਬਾਨੀਆਂ ਸਿੱਖ ਜਗਤ ਦੀਆਂ ਨੇ, ਅਸੀਂ ਬਰਾਬਰ ਦੇ ਭਾਰਤ ਵਰਸ਼ ਦੇ ਹੱਕਦਾਰ ਹਾਂ। ਤੁਹਾਡੀਆਂ ਮੰਗਾਂ ਨੂੰ ਸਦਾ ਲਈ ਖਤਮ ਕਰਨ ਦੇ ਲਈ ਇਹ ਤੁਹਾਡੇ ਤੇ ਹਮਲਾ ਕੀਤਾ ਗਿਆ ਸੀ। ਖੈਰ, ਤੁਹਾਡਾ ਖੁਰਾ ਖੋਜ ਮਿਟਾਉਣ ਦੇ ਲਈ ਤੁਹਾਡੀਆਂ 3 ਪੀੜ੍ਹੀਆਂ ਮਿਟਾਈਆਂ ਗਈਆਂ, ਬਜ਼ੁਰਗ ਮਾਰੇ, ਬੱਚੇ ਮਾਰੇ, ਬੀਬੀਆਂ ਮਾਰੀਆਂ, ਜਵਾਨ ਮਾਰੇ। 7 ਤਰੀਕ ਨੂੰ ਜਦੋਂ ਲੋਥਾਂ ਦੀ ਗਿਣਤੀ ਹੋਈ ਹੈ, ਬੇਅੰਤ ਸਿੰਘ ਸਿੰਘਣੀਆਂ ਸ਼ਹੀਦ ਹੋਏ। ਦੂਸਰੀ ਤਰਫ ਜਰਨਲ ਸਿਨਹਾ ਤੇ ਜਰਨਲ ਬਰਾੜ ਇਹ ਗੱਲ ਮੰਨਦੇ ਨੇ 1962 ਵਾਲੀ ਇੰਡੋ ਚਾਈਨੀਜ਼ ਵਾਰ, 1972 ਵਾਲੀ ਇੰਡੋ ਪਾਕਿਸਤਾਨੀ ਵਾਰ ਵਿੱਚ ਇੰਨਾ ਨੁਕਸਾਨ ਭਾਰਤੀ ਹਕੂਮਤ ਦਾ ਨਹੀਂ ਹੋਇਆ ਜਿੰਨਾ 1984 ਦੇ ਘੱਲੂਘਾਰੇ ਦਰਮਿਆਨ ਬਾਬਾ ਜਰਨੈਲ ਸਿੰਘ ਤੇ 200-250 ਦੇ ਕਰੀਬ ਸਿੰਘਾਂ ਨੇ ਹਕੂਮਤਾਂ ਦਾ ਕਰ ਦਿੱਤਾ। ਵਾਕਿਆ ਹੀ ਆਏ ਕਦਮਾਂ ਤੇ ਚੱਲ ਕੇ ਸਨ ਤੇ ਲੋਥਾਂ ਭਰ ਟਰੱਕਾਂ ਤੇ ਭਾਰਤੀ ਫੌਜ ਨੂੰ ਇੱਥੋਂ ਤੋਰਿਆ ਸੀ ਉਸ ਸੂਰਮੇ ਦੀ ਫੌਜ ਨੇ। ਐਸਾ ਸਿੱਖ ਜਗਤ ਦਾ ਇਤਿਹਾਸ ਪ੍ਰਚਲਿਤ ਹੈ। ਮੈਂ ਬੇਨਤੀ ਕਰ ਦਵਾਂ, ਜਿੱਥੇ ਸੰਤ ਜਰਨੈਲ ਸਿੰਘ ਹੋਣੀ ਸ਼ਹੀਦ ਹੋਏ, ਉੱਥੇ ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਹੋਏ, ਬਾਬਾ ਠਾਰਾ ਸਿੰਘ ਸ਼ਹੀਦ ਹੋਏ, ਜਰਨਲ ਸ਼ਬੇਗ ਸਿੰਘ ਸ਼ਹੀਦ ਹੋਏ, ਉੱਥੇ ਭਾਈ ਮਹਿੰਗਾ ਸਿੰਘ ਸ਼ਹੀਦ ਹੋਏ, ਅਖੰਡ ਕੀਰਤਨੀ ਜਥੇ ਦੇ ਹੋਰ ਵੀ ਕਈ ਬੱਬਰ ਸਿੰਘ ਸ਼ਹੀਦ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨਾਲ ਸੰਬੰਧਿਤ ਵੀ ਕਈ ਇੱਥੇ ਸੇਵਾਦਾਰ ਸ਼ਹਾਦਤ ਦੀ ਅਵਧੀ ਮਾਣ ਗਏ, ਸ਼ਹੀਦੀਆਂ ਹੋਈਆਂ ਨੇ। ਬੇਅੰਤ ਸ਼ਹੀਦਾਂ ਨੇ ਸਿੱਖ ਜਗਤ ਨੂੰ ਪ੍ਰਫੁੱਲਤ ਰੱਖਣ ਦੇ ਲਈ ਸਿਰ ਦੇ ਦਿੱਤੇ। ਕਦੇ ਆਪਣਾ ਇਤਿਹਾਸ ਵਾਚਿਓ, ਜਿਹੜੇ ਸਿੱਖ ਆਗੂ ਫੜੇ ਗਏ, ਕੁਝ ਆਗੂ ਤੇ ਡਰ ਕੇ ਬਾਹਰ ਚਲੇ ਗਏ ਸਨ, ਅਕਾਲੀ ਦਲ ਦੇ ਆਗੂ ਸਨ, ਚਾਹੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਸਨ, ਚਾਹੇ ਹੋਰ ਸੰਪਰਦਾਵਾਂ ਦੇ ਸਿੰਘ ਸਨ, ਉਹਨਾਂ ਦੀ ਗ੍ਰਿਫਤਾਰੀ ਹੋਈ। ਜਥੇਦਾਰ ਨਛੱਤਰ ਸਿੰਘ ਪਿੰਡ ਭਲਵਾਨ ਸੰਗਰੂਰ ਦੇ ਇਲਾਕੇ ਵਿੱਚ ਜੋ ਅਕਾਲੀ ਦਲ ਦਾ ਜਥੇਦਾਰ ਸੀ, ਉਹ ਧਰਮਯੁੱਧ ਮੋਰਚੇ ਲਈ 600 ਸਿੰਘਾਂ ਦੇ ਕਰੀਬ ਜਥੇ ਨੂੰ ਲੈ ਕਰਕੇ 3 ਜੂਨ ਨੂੰ ਇੱਥੇ ਪਹੁੰਚੇ ਸਨ। ਉਹਨਾਂ ਨੂੰ ਵੀ ਗੋਲੀਆਂ ਦੇ ਨਾਲ ਛਲਨੀ ਕੀਤਾ ਗਿਆ।
ਉਹ ਵੀ 6 ਜੂਨ ਨੂੰ ਸ਼ਹਾਦਤ ਦੀ ਅਵਧੀ ਮਾਣ ਗਏ। ਸਿੱਖ ਜਗਤ ਨੇ ਆਪਣਾ ਲਹੂ ਡੋਲ ਕੇ ਸਿੱਖੀ ਨੂੰ ਪ੍ਰਫੁੱਲਤ ਰੱਖਿਆ ਹੈ। ਜਿਹੜੇ ਕਹਿੰਦੇ ਨੇ ਸਿੱਖੀ ਦਾ ਨੁਕਸਾਨ ਕਰਾ ਦਿੱਤਾ, ਘੱਲੂਘਾਰੇ ਵਿੱਚ ਬਾਬਾ ਜਰਨੈਲ ਸਿੰਘ ਆਦਿਕ ਸਿੰਘਾਂ ਨੇ, ਉਹ ਇਸ ਗੱਲ ਨੂੰ ਸਮਝ ਲੈਣ। ਆਊਟ ਆਫ ਇੰਡੀਆ, ਕੈਨੇਡਾ, ਅਮਰੀਕਾ, ਵੈਸਟਰਨ ਕੰਟਰੀਜ਼ ਦੇ ਵਿੱਚ 1984 ਤੋਂ ਪਹਿਲਾਂ ਗਿਣੇ ਚੁਣੇ ਗੁਰਦੁਆਰੇ ਸਨ। ਜੇ 5 ਸਿੰਘਾਂ ਨੂੰ ਲੰਗਰ ਛਕਾਉਣਾ ਹੁੰਦਾ ਸੀ ਤੇ ਕੇਸਾਧਾਰੀ ਸਿੰਘ ਨਹੀਂ ਸੀ ਲੱਭਦੇ। ਸਾਡੇ ਮੋਨੇ ਕੋਨੇ ਵੀਰ ਬਹੁਤੇ ਸਨ। 1984 ਵਿੱਚ ਠੀਕ ਹੈ ਅਸੀਂ ਸ਼ਹਾਦਤਾਂ ਮਾਣੀਆਂ, ਉਹਦੇ ਤੋਂ ਬਾਅਦ ਵੀ ਖੂਨੀ ਮੰਜ਼ਰ ਚੱਲਦਾ ਰਿਹਾ। ਬੇਅੰਤ ਸਿੰਘ ਵਰਗਿਆਂ ਨੇ, ਭਾਈ ਸਤਵੰਤ ਸਿੰਘ ਵਰਗਿਆਂ ਨੇ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਕਰਕੇ ਸਿੱਖ ਜਗਤ ਦੀ ਲੱਥੀ ਹੋਈ ਦਸਤਾਰ ਬਹਾਲ ਕਰ ਲਈ। ਤੋ ਪਰ ਭਾਰਤ ਵਰਸ਼ ਦੇ ਲੋਕਾਂ ਨੇ ਇੰਦਰਾ ਗਾਂਧੀ ਨੂੰ ਦੇਵੀ ਦੁਰਗਾ ਮੰਨ ਕੇ ਉਹਦੇ ਫਰਜ਼ੰਦ ਰਾਜੀਵ ਗਾਂਧੀ ਨੂੰ 500 ਤੋਂ ਉੱਪਰ ਪਾਰਲੀਮੈਂਟ ਦੀਆਂ ਸੀਟਾਂ ਦੇ ਵਿੱਚੋਂ 400 ਤੋਂ ਉੱਪਰ ਸੀਟ ਦਵਾ ਕੇ ਬਹੁਤਾਤ ਵਿੱਚ ਜਿਤਾਇਆ ਤੇ ਪ੍ਰਧਾਨ ਮੰਤਰੀ ਬਣਾਇਆ। ਸਾਨੂੰ ਗਿਲਾ ਇਸ ਗੱਲ ਦਾ। ਪਰ 84 ਤੋਂ ਬਾਅਦ ਦੁਨੀਆ ਦੇ ਹਰ ਕੋਨੇ ਵਿੱਚ, ਇੱਕ ਸ਼ਹਿਰ ਵਿੱਚ 3-3 ਗੁਰਦੁਆਰੇ ਬਣੇ। ਕਾਹਦੇ ਲਈ ਬਣੇ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਸਿੱਖੀ ਪ੍ਰਫੁੱਲਤ ਹੋਈ, ਲੱਖਾਂ ਸਿੰਘ ਸੱਜੇ। ਅਸੀਂ ਜਿੱਥੇ ਹਜ਼ਾਰਾਂ ਸਿੰਘ ਸ਼ਹੀਦ ਕਰਵਾਏ, ਉੱਥੇ ਲੱਖਾਂ ਸਿੰਘ ਸੱਜੇ ਵੀ ਨੇ। ਸਿੱਖ ਜਗਤ ਦੀ ਫੁਲਵਾੜੀ ਪ੍ਰਫੁੱਲਤ ਰਹੇਗੀ, ਕਿਉਂਕਿ ਇਹਦੀਆਂ ਜੜ੍ਹਾਂ ਦੇ ਵਿੱਚ ਸਿੰਘਾਂ ਨੇ ਆਪਣਾ ਲਹੂ ਪਾਇਆ ਹੈ। ਖੰਡੇ ਦੀ ਪੌਲ ਛਕੋ ਸਿੰਘ ਸੱਜੋ, ਅਕਾਲ ਤਖਤ ਸਾਹਿਬ ਨਤਮਸਤਕ ਹੋ ਰਹੇ ਹੋ। ਦਾਸ ਇੱਥੇ ਵਿਚਾਰ ਨੂੰ ਸੰਕੋਚਦਾ ਹੈ। ਆਓ ਇਹ 2 ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਗਜਾਉਣੀ ਹੈ। ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਧੁਰ ਕਾ ਦੇ। ਸਭ ਉਪਾਇਨ ਆਪ, ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੈਨਲ ਵਿੱਚ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ, ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਜੀ। ਅੱਗੇ ਵੀ ਗੁਰਮਤਿ ਵਿਚਾਰ ਸਾਂਝੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।